So hello students, in this presentation we will discuss about attention deficit hyperactivity disorder, ਜਿਵੇਂ ਕਿ ਜਿਹਨੂੰ ਆਪਾਂ ADHD ਵੀ ਕਹਿੰਦੇ ਹਾਂ। ਆਮ ਤੌਰ ਤੇ ਕਾਫੀ ਬੱਚਿਆਂ ਵਿੱਚ ਵੇਖਣ ਨੂੰ ਮਿਲਦਾ। ਅਟੈਂਸ਼ਨ ਅਕਸਰ ਜਦੋਂ ਆਪਾਂ ਅਦਰਵਾਈਜ਼ ਦੇਖੀਏ ਤਾਂ ਆਪਣੇ ਕੋਲ ਦੋ ਡਿਫਰੈਂਟ ਤਰ੍ਹਾਂ ਦੇ ਡਿਸਆਰਡਰਸ ਨੇ। ਇੱਕ ਅਟੈਂਸ਼ਨ ਡੈਫਿਸਿਟ ਹੋਣਾ, ਬੱਚੇ ਦਾ ਕਿਸੇ ਚੀਜ਼ ਨੂੰ ਧਿਆਨ ਨਾ ਦੇਣਾ, ਐਂਡ ਦੂਸਰਾ ਲੋੜ ਤੋਂ ਬਾਅਦ ਐਕਟਿਵ ਹੋਣਾ। ਅਤੇ ਜਦੋਂ ਓਵਰ ਦਾ ਟਾਈਮਸ ਆਪਾਂ ਦੇਖਿਆ ਤਾਂ ਜਨਰਲੀ ਜਿਹੜੇ ਬੱਚੇ ਕਿਸੇ ਪਰਟੀਕੂਲਰ ਕੰਮ ਵਿੱਚ ਧਿਆਨ ਨਹੀਂ ਦਿੰਦੇ ਉਹਨਾਂ ਵਿੱਚ ਹਾਈਪਰ ਐਕਟੀਵਿਟੀ ਵੀ ਵੇਖੀ ਜਾਂਦੀ ਹੈ। ਸੋ ਜੇ ਬੱਚੇ ਵਿੱਚ ਦੋਨੋਂ ਚੀਜ਼ਾਂ ਇਕੱਠੀਆਂ ਹੋ ਜਾਣ, ਅਟੈਂਸ਼ਨ ਦਾ ਡੈਫੀਸਿਟ ਵੀ ਹੋਵੇ, ਉਸਦੇ ਨਾਲ ਉਸਦੇ ਵਿੱਚ ਹਾਈਪਰ ਐਕਟੀਵਿਟੀ ਵੀ ਹੋਵੇ। ਹਾਈਪਰ ਹੁੰਦਾ ਜ਼ਿਆਦਾ, ਐਕਟੀਵਿਟੀ ਗਤੀਵਿਧੀ ਆਪਣੀ ਉਮਰ ਦੇ ਹਿਸਾਬ ਨਾਲ ਜਾਂ ਲੋੜ ਦੇ ਹਿਸਾਬ ਤੋਂ ਵੱਧ ਗਤੀਵਿਧੀ ਜਦੋਂ ਬੱਚਾ ਦਿਖਾਵੇ, ਉਸ ਡਿਸੇਬਿਲਿਟੀ ਨੂੰ ਆਪਾਂ ਅਟੈਂਸ਼ਨ ਡੈਫਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ ਕਹਿੰਦੇ ਹਾਂ। ਸੋ ਜਿਵੇਂ ਕਿ ਐਗਜ਼ਾਮਪਲ ਦਿੱਤੀ ਹੋਈ ਹੈ ਕਿ ਸਪੋਜ਼ ਇੱਕ ਬੱਚਾ ਰੋਹਿਤ ਹੈ, ਹੀ ਇਜ਼ ਨਾਟ ਡੂਇੰਗ ਵੈਲ ਇਨ ਦੀ ਸਕੂਲ। ਉਹਦੇ ਟੀਚਰ ਨੂੰ ਇੱਕ ਕਨਵਿੰਸ ਹੋ ਗਿਆ, ਟੀਚਰ ਨੂੰ ਇਸ ਗੱਲ ਦਾ ਵਿਸ਼ਵਾਸ ਹੋ ਗਿਆ ਕਿ ਉਹ ਕੋਸ਼ਿਸ਼ ਹੀ ਨਹੀਂ ਕਰ ਰਿਹਾ। ਉਹ ਨਾ ਤਾਂ ਟੀਚਰ ਦੀ ਗੱਲ ਨੂੰ ਸੁਣਦਾ ਹੈ, ਰਾਈਟ, ਆਪਣੇ ਕੰਮ ਨੂੰ ਪੂਰਾ ਨਹੀਂ ਕਰਦਾ। ਪਰ ਜਦੋਂ ਕੰਮ ਪੂਰਾ ਹੋ ਜਾਂਦਾ ਹੈ ਉਸ ਟਾਈਮ ਰੋਹਿਤ ਉਸ ਕੰਮ ਵਿੱਚ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਨੇ ਉਹ ਮਿਸ ਆਊਟ ਕਰ ਦਿੰਦਾ। ਸੋ ਜਿੰਨਾ ਕੰਮ ਟੀਚਰ ਨੂੰ ਕਰਕੇ ਦਿੰਦਾ ਉਹ ਆਫਨ ਅਧੂਰਾ ਜਾਂ ਇਨਕੰਪਲੀਟ ਹੁੰਦਾ। ਉਸ ਤੋਂ ਬਾਅਦ ਪੈਨਸਿਲ ਅਤੇ ਪੇਪਰ ਨੂੰ ਵੀ ਠੀਕ ਤਰ੍ਹਾਂ ਨਹੀਂ ਪਕੜ ਪਾਉਂਦਾ। ਉਹਦੀ ਬੁੱਕ ਹੈ ਜਿਹੜੀ ਉਹ ਕੰਪਲੀਟਲੀ ਮਿਸ ਹੈ, ਇਨ ਦਾ ਸੈਂਸ ਕਿ ਕੋਈ ਚੀਜ਼ ਕਿੱਥੇ ਕੀਤੀ ਹੈ, ਬਰਬਾਦ ਕੀਤੀ ਹੋਈ ਹੈ ਬੁੱਕ। ਸੋ ਉਹਦੇ ਰੋਹਿਤ ਦੇ ਵਿੱਚ ਐਸ ਸੱਚ ਬਹੁਤ ਜ਼ਿਆਦਾ ਸਿੰਪਟਮਸ ਹੈ ADHD ਦੇ। ਇਨਅਟੈਂਟਿਵ ਟਾਈਪ ADHD ਆਪਾਂ ਅੱਗੇ ਜਾ ਕੇ ਕਰਾਂਗੇ 3 ਟਾਈਪਸ ਦੀ ਹੁੰਦੀ ਹੈ। ਇਹਦੇ 'ਚ ਹੈ ਕਿ ਜਿਹਦੇ ਵਿੱਚ ਬੱਚੇ ਦਾ ਧਿਆਨ ਨਾ ਹੋਵੇ ਕਿਸੇ ਚੀਜ਼ ਵਿੱਚ। ਸੋ ਦਿਸ ਕਾਈਂਡ ਆਫ ਆਬਜ਼ਰਵੇਸ਼ਨ ਜੇ ਤੁਸੀਂ ਕਿਸੇ ਬੱਚੇ ਵਿੱਚ ਦੇਖੋ ਤਾਂ ਜਨਰਲੀ ਇਟ ਕੈਨ ਬੀ ਦੈਟ ਦ ਚਾਈਲਡ ਇਜ਼ ਸਫਰਿੰਗ ਫਰੋਮ ADHD। ਸੋ ਜਿਹੜੇ ਕਿਡਸ ਜਨਰਲੀ ਜਿਹਨਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਉਹਨਾਂ ਦੀ ਜਿਹੜੀ ਅਟਰੈਕਸ਼ਨ ਹੈ ਜਾਂ ਖਿੱਚ ਹੈ ਉਹਨਾਂ ਵਸਤੂਆਂ ਵੱਲ ਹੁੰਦੀ ਹੈ ਜਿਹੜੀਆਂ ਕਿ ਉਹਨਾਂ ਦੀ ਉਮਰ ਤੋਂ ਬਾਹਰ ਨੇ। ਸੋ ਜਨਰਲੀ ਉਹਨਾਂ ਦੇ ਆਪਣੇ ਮਾਂ ਬਾਪ ਨਾਲ ਜਿਹੜੇ ਟਕਰਾਅ ਨੇ ਬਹੁਤ ਛੋਟੀ ਉਮਰ ਤੋਂ ਹੋਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਹਾਈਪਰ ਐਕਟੀਵਿਟੀ ਦੇ ਕਾਰਨ, ਲੋੜ ਤੋਂ ਬਾਅਦ ਐਕਟਿਵ ਹੋਣ ਦੇ ਕਾਰਨ ਜਾਂ ਇੰਪਲਸਿਵ ਹੋਣ ਦੇ ਕਾਰਨ ਵੀ ਉਹ ਬੱਚੇ ਇੱਕ ਜਗ੍ਹਾ 'ਤੇ ਨਹੀਂ ਬੈਠਦੇ। ਉਹਨੂੰ ਮੈਂ ਲੱਗਦਾ ਕਿ ਜੇ ਤੁਸੀਂ ਉਹਨੂੰ ਕਿਤੇ ਬਾਹਰ ਲੈ ਗਏ ਹੋ ਖਾਣਾ ਖਿਲਾਉਣ ਤਾਂ ਉਹਨਾਂ ਨੇ ਪੂਰੇ ਰੈਸਟੋਰੈਂਟ ਦੇ ਵਿੱਚ ਘੁੰਮ ਫਿਰ ਕੇ ਉਹਦੇ ਹਰ ਚੀਜ਼ ਨੂੰ ਛੇੜਨਾ ਹੈ। ਐਂਡ ਜੇ ਤੁਸੀਂ ਪਾਰਕ 'ਚ ਲੈ ਗਏ ਹੋ ਤਾਂ ਉਹਨੇ ਪਾਰਕ 'ਚ ਵੀ ਤੁਹਾਡੇ ਤੋਂ ਦੂਰ ਭੱਜ ਜਾਣਾ। ਜੋ ਉਹਨੂੰ ਐ ਲੱਗੇਗਾ ਕਿ ਵਾਹ ਯਾਰ ਕੋਈ ਘੈਂਟ ਜਿਹੀ ਚੀਜ਼ ਆ, ਉਹਨੂੰ ਜਾ ਕੇ ਲੱਭਣ ਦੀ ਜਾਂ ਉਹਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਨੀ, ਜਿਸ ਕਰਕੇ ਜਿਹੜੇ ਪੇਰੈਂਟਸ ਆ ਉਹ ਜਨਰਲੀ ਸਟ੍ਰੈਸ ਆਊਟ ਹੋ ਜਾਂਦੇ। ਸੋ ਜਿਵੇਂ ਤੁਹਾਡੇ ਕੋਲ 2 ਐਗਜ਼ਾਮਪਲਸ ਹੈ, ਇੱਕ ਜਿੱਥੇ ਬੱਚਾ ਬਿਲਕੁਲ ਕੰਮ ਵੱਲ ਧਿਆਨ ਨਹੀਂ ਦੇ ਰਿਹਾ, ਦੂਸਰੇ ਕੇਸ ਵਿੱਚ ਬੱਚੇ ਜਿਹੜੇ ਲੋੜ ਤੋਂ ਵੱਧ ਐਕਟਿਵ ਨੇ। ਸੋ ਇਹਦਾ ਮਤਲਬ ਕੀ ਹੈ? ਸੋ ADHD ਅਟੈਂਸ਼ਨ ਡੈਫਿਸਿਟ ਹਾਈਪਰ ਐਕਟਿਵ ਡਿਸਆਰਡਰ ਬਿਲੋਂਗਸ ਟੂ ਅ ਗਰੁੱਪ ਆਫ ਐਕਸਟਰਨਲਾਈਜ਼ਿੰਗ ਡਿਸਆਰਡਰਸ ਆਫ ਦ ਚਾਈਲਡ। ਇਹੀ ਜਿਹੇ ਡਿਸਆਰਡਰਸ ਜੋ ਬੱਚੇ ਦੇ ਬਾਹਰ ਬਿਹੇਵੀਅਰ ਵੀ ਸਾਨੂੰ ਵਿਖਾਈ ਦਿੰਦੇ ਨੇ। ਹਾਈਪਰ ਐਕਟੀਵਿਟੀ ਇਜ਼ ਫੈਮੀਲੀਅਰ ਟੂ ਮੋਸਟ ਆਫ ਦ ਪੀਪਲ। ਆਪਾਂ ਨੂੰ ਆਲਮੋਸਟ ਪਤਾ ਹੈ ਕਿ ਜਿਹੜੇ ਬੱਚੇ ਲਗਾਤਾਰ ਹਿਲਦੇ ਜੁਲਦੇ ਰਹਿਣ, ਆਪਣੀਆਂ ਉਂਗਲਾਂ ਨੂੰ ਭਟਕਾਉਂਦੇ ਰਹਿਣ, ਲੱਤਾਂ ਨੂੰ ਹਿਲਾਉਂਦੇ ਰਹਿਣ, ਦੂਜੇ ਨੂੰ ਛੇੜਦੇ ਰਹਿਣ ਬਿਨਾਂ ਕਿਸੇ ਕਾਰਨ ਤੋਂ, ਬੋਲਦੇ ਰਹਿਣ ਜਦੋਂ ਵਾਰੀ ਨਹੀਂ ਵੀ ਹੈ ਉਦੋਂ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਦੇ ਆਰ ਹਾਈਪਰ ਐਕਟਿਵ ਚਾਈਲਡਸ। ਐਂਡ ਜਨਰਲੀ ਉਹ ਕਿਸੇ ਵੀ ਇੱਕ ਕੰਮ 'ਤੇ ਆਪਣਾ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਿਲ ਫੇਸ ਕਰਦੇ ਨੇ। ਸੋ ਜਨਰਲੀ ਇਹਦੀ ਪਰਟੀਕੂਲਰਲੀ ਡਿਫੀਕਲਟੀ ਕਿਸ ਦੇ ਵਿੱਚ ਹੁੰਦੀ ਹੈ? ਆਪਣੀਆਂ ਐਕਟੀਵਿਟੀਜ਼ ਨੂੰ ਕੰਟਰੋਲ ਕਰਨ ਲਈ। ਜਿਵੇਂ ਜੇ ਤੁਸੀਂ ਬੱਚੇ ਨੂੰ ਕਹਿੰਦੇ ਵੀ ਟਿੱਕੇ ਬੈਠੋ, ਨਹੀਂ ਬੈਠ ਪਾਉਣਗੇ, ਰਾਈਟ। ਜੇ ਤੁਸੀਂ ਬੱਚੇ ਨੂੰ ਕਹਿੰਦੇ ਚੁੱਪ ਕਰਨਾ, ਕਿਸੇ ਨੇ ਨਹੀਂ ਬੋਲਣਾ, ਪਰ ਇਹ ਬੋਲਣ ਬਿਨਾਂ ਰਹਿ ਨਹੀਂ ਸਕਦੇ। ਸੋ ਆਪਣੀ ਲਾਈਫ ਵਿੱਚ ਇਹ ਬਹੁਤ ਜ਼ਿਆਦਾ ਡਿਸਆਰਗਨਾਈਜ਼ ਲੱਗਦੇ ਨੇ ਸਾਨੂੰ, ਅਸੰਗਠਿਤ ਲੱਗਦੇ ਨੇ, ਟੈਕਟਲੈਸ ਲੱਗਦੇ ਨੇ ਅਤੇ ਬੌਸੀ ਵੀ ਹੈ। ਕਿਉਂਕਿ ਜੇ ਓਬਵੀਅਸਲੀ ਕੋਈ ਬੱਚਾ ਕਿਸੇ ਦੂਜੇ ਬੱਚੇ ਨੂੰ ਛੇੜੀ ਜਾਊਗਾ ਤਾਂ ਰੋਬ ਜਾਂ ਪਾਉਣ ਵਾਲੇ ਹੋਣਗੇ। ਬਟ ਐਕਚੁਅਲ ਦੇ ਵਿੱਚ ਤੁਹਾਨੂੰ ਉਹਨਾਂ ਦੀ ਐਕਟੀਵਿਟੀਜ਼ ਦੇ ਵਿੱਚ ਕੋਈ ਸੀਕੁਐਂਸ ਜਾਂ ਕੋਈ ਮਕਸਦ ਨਹੀਂ ਦਿਖਦਾ। ਇਸ ਕਰਕੇ ਆਪਾਂ ਨੂੰ ਬਹੁਤੀ ਵਾਰ ਹੈਫੇਜ਼ਡ ਲੱਗਦੀਆਂ ਨੇ, ਬੇਲੋੜੀਂਦਾ ਲੱਗਦੀਆਂ ਨੇ। ਜੇ ਸ਼ੂਜ਼ ਪਾਉਣ ਨੂੰ ਕਹੋਗੇ ਬਹੁਤ ਜਲਦੀ ਸ਼ੂਜ਼ ਪਾ ਲੈਣਗੇ ਬਿਨਾਂ ਦੇਖੇ ਕਿ ਅੱਧਾ ਸ਼ੂ ਪੈ ਗਿਆ, ਅੱਧਾ ਨਹੀਂ ਪਿਆ, ਲੇਸ ਲੱਗੇ ਨਹੀਂ। ਆਪਣੇ ਟੋਇਜ਼ ਨੂੰ ਤੋੜਦੇ ਰਹਿੰਦੇ ਨੇ ਐਂਡ ਪੂਰੀ ਫੈਮਿਲੀ ਨੂੰ ਥਕਾ ਕੇ ਰੱਖਦੇ ਨੇ। ਸੋ ਜਨਰਲੀ ਇਹਨਾਂ ਬੱਚਿਆਂ ਵਿੱਚ ਬਹੁਤੀ ਵਾਰ ਦੇਖਿਆ ਗਿਆ ਕਿ ਆਪਣੇ ਫਰੈਂਡਸ ਨਾਲ ਫਰੈਂਡਸ਼ਿਪ ਕਰਨ ਲਈ ਵੀ ਇਹਨਾਂ ਨੂੰ ਮੁਸ਼ਕਿਲ ਆਉਂਦੀ, ਕਿਉਂਕਿ ਜਨਰਲੀ ਇਹਨਾਂ ਦਾ ਬਿਹੇਵੀਅਰ ਬਹੁਤ ਅਗਰੈਸਿਵ ਜਾਂ ਗੁੱਸੇ ਵਾਲਾ ਹੋ ਜਾਂਦਾ, ਜਿਸ ਕਰਕੇ ਦੂਸਰੇ ਬੱਚੇ ਇਹਨਾਂ ਨਾਲ ਦੋਸਤੀ ਨਹੀਂ ਕਰਨਾ ਚਾਹੁੰਦੇ। ਦੋ ਇਹ ਬੱਚੇ ਦਾ ਟਾਕਟਿਵ ਬੱਚੇ ਜਨਰਲੀ ਫਰੈਂਡਲੀ ਹੁੰਦੇ ਨੇ, ਬਟ ਜਸਟ ਬਿਕੋਜ਼ ਦੂਜੇ ਲੋਕਾਂ ਨੂੰ ਇੰਨੀ ਜ਼ਿਆਦਾ ਮਤਲਬ ਵਾਰੀ ਨਹੀਂ ਦਿੰਦੇ ਬੋਲਣ ਦੀ ਕਿ ਇਹਨਾਂ ਦੇ ਫਰੈਂਡਸ ਜਿਹੜੇ ਬੱਚੇ ਆ ਇਹਨਾਂ ਨਾਲ ਫਰੈਂਡਸ਼ਿਪ ਕਰਨਾ ਨਹੀਂ ਚਾਹੁੰਦੇ। ਐਂਡ ਜਨਰਲੀ ਇਹ ਆਪਣੇ ਜਿਹੜੀਆਂ ਇਹਨਾਂ ਦੇ ਪੀਅਰ ਦੀਆਂ, ਦੂਜੇ ਫਰੈਂਡਸ ਦੀਆਂ ਇੱਛਾਵਾਂ ਨੇ ਉਹਨਾਂ ਦਾ ਵੀ ਗਲਤ ਮਤਲਬ ਕੱਢਦੇ ਨੇ, ਜਿਸ ਕਰਕੇ ਬਹੁਤੀ ਵਾਰ ਸਮਾਜਿਕ ਤੌਰ 'ਤੇ ਗਲਤੀਆਂ ਕਰ ਬੈਠਦੇ ਨੇ। ਜਿਹੜਾ ਨੋਰਮਲ ਜਿਹਾ ਬਿਹੇਵੀਅਰ ਵੀ ਆਪਣੇ ਫਰੈਂਡ ਦਾ, ਉਸਨੂੰ ਬਹੁਤ ਗੁੱਸੇ ਨਾਲ ਰਿਐਕਟ ਕਰਦੇ ਆ। ਸੋ ਇਹਦੇ ਵਿੱਚ ਨੋਰਮਲੀ ਆਪਣੇ ਕੋਲ ਦਿਸ ਇਜ਼ ਦੀ ਕਲਾਸੀਫਿਕੇਸ਼ਨ ਜੋ ਸਾਈਕੋਲੋਜੀ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। ਲਰਨਿੰਗ ਡਿਸੇਬਿਲਿਟੀਜ਼ ਨੂੰ
ਜਾਂ ਕਾਉਂਸਲਿੰਗ ਦੇ ਵਿੱਚ ਡਿਫਰੈਂਟ ਟਾਈਪ ਆਫ ਬੱਚਿਆਂ ਨੂੰ ਡਿਸਕ੍ਰਾਈਬ ਕਰਨ ਲਈ ਉਹਨਾਂ ਨੇ ਕਿਹਾ ਕਿ ADHD ਹੈ ਜਿਹੜਾ ਉਹਦੀਆਂ 3 ਮੇਨ ਟਾਈਪਸ ਹੈ। ਪ੍ਰੀਡੋਮੀਨੈਂਟਲੀ ਇਨਐਕਟਿਵ ਟਾਈਪ ਜਿਹਦੇ ਵਿੱਚ ਬੱਚੇ ਇਨਐਕਟਿਵ ਹੈ, ਦੂਸਰਾ ਹੈ ਜਿਹਦੇ ਵਿੱਚ ਬੱਚਾ ਹਾਈਪਰ ਐਕਟਿਵ ਹੈ ਜ਼ਿਆਦਾਤਰ। ਸੋ ਜਿਵੇਂ ਆਪਾਂ ਕਹੀਏ ADHD ਵਿੱਚ 2 ਪ੍ਰੋਬਲਮਸ ਹੈ, ਇੱਕ ਤਾਂ ਟੈਨਸ਼ਨ ਨਾ ਦੇਣਾ, ਦੂਸਰਾ ਹੈ ਹਾਈਪਰ ਐਕਟਿਵ ਹੋਣਾ। ਜੇ ਬੱਚਾ ਜ਼ਿਆਦਾਤਰ ਇਨਅਟੈਂਟਿਵ ਹੈ ਕਿ ਧਿਆਨ ਨਹੀਂ ਦਿੰਦਾ ਤਾਂ ਆਪਾਂ ਉਹਨੂੰ ਕਹਿੰਦੇ ਹੀ ਇਜ਼ ਪ੍ਰੀਡੋਮੀਨੈਂਟਲੀ ਇਨਐਕਟਿਵ, ਅਦਰਵਾਈਜ਼ ਟਿਕਿਆ ਹੋਇਆ ਬਟ ਚੀਜ਼ਾਂ ਵੱਲ ਧਿਆਨ ਨਹੀਂ ਦਿੰਦਾ। ਇਸ ਕੇਸ ਵਿੱਚ ਬੱਚਾ ਜ਼ਿਆਦਾ ਜਿਹੜਾ ਹੈ ਉਹ ਹਾਈਪਰ ਐਕਟੀਵਿਟੀ ਸ਼ੋ ਕਰਦਾ, ਰਾਈਟ, ਲੋੜ ਤੋਂ ਵੱਧ ਐਕਟਿਵ ਹੈ। ਐਂਡ ਥਰਡ ਜਿਸ 'ਚ ਦੋਨੋਂ ਫੀਚਰਸ ਬੱਚੇ ਦੇ ਦਿਖਣ। ਜਦੋਂ ਆਪਾਂ ਇਨਅਟੈਂਸ਼ਨ ਦੀ ਗੱਲ ਕਰਦੇ ਹਾਂ ਜਾਂ ਧਿਆਨ ਨਾ ਦੇਣ ਦੀ ਗੱਲ ਕਰਦੇ ਹਾਂ, ਨੋਰਮਲੀ ਉਹਦੇ ਵਿੱਚ ਨੀਚੇ ਦਿੱਤੇ ਹੋਏ 6 ਸਿੰਪਟਮਸ ਹੈ ਜਿਹੜੇ ਕਿ ਉਹਦੇ ਵਿੱਚ ਸਾਰੇ ਵੀ ਦੇਖੇ ਜਾ ਸਕਦੇ ਨੇ ਜਾਂ ਕੋਈ ਹੈ ਕੋਈ ਨਹੀਂ ਹੈ ਜਾਂ ਡਿਗਰੀ ਹੈ ਜਿਹੜੀ ਉਹ ਡਿਫਰੈਂਟ ਹੋ ਸਕਦੀ ਹੈ। ਜਿਸ ਵਿੱਚ ਫਰਸਟ ਹੈ ਦੇ ਆਫਨ ਫੇਲ ਟੂ ਗਿਵ ਕਲੋਜ਼ ਅਟੈਂਸ਼ਨ ਟੂ ਦ ਡਿਟੇਲਸ ਔਰ ਮੇਕ ਕੇਅਰਲੈਸ ਮਿਸਟੇਕਸ ਇਨ ਦੀ ਸਕੂਲ ਵਰਕ। ਜਿਹੜੀਆਂ ਬਰੀਕੀਆਂ ਨੇ ਕੰਮ ਦੀਆਂ ਉਹਨਾਂ ਵੱਲ ਧਿਆਨ ਨਾ ਦੇਣਾ ਜਾਂ ਸਕੂਲ ਵਿੱਚ ਬੇਲੋੜੀਂਦਾ ਗਲਤੀਆਂ ਕਰਨੀਆਂ। ਕਿਸੇ ਇੱਕ ਕੰਮ 'ਤੇ ਆਪਣੀ ਧਿਆਨ ਨੂੰ ਬਰਕਰਾਰ ਰੱਖਣ ਵਿੱਚ ਮੁਸ਼ਕਿਲ ਹੋਣਾ। ਦੇ ਡੂ ਨਾਟ ਲਿਸਨ, ਜੇ ਤੁਸੀਂ ਉਹਨਾਂ ਨੂੰ ਬੋਲ ਰਹੇ ਸਿੱਧੇ ਤੌਰ 'ਤੇ ਤੁਹਾਡੀ ਗੱਲ ਨੂੰ ਨਹੀਂ ਧਿਆਨ ਨਾਲ ਸੁਣਦੇ। ਜੋ ਟੀਚਰ ਵੱਲੋਂ ਜਾਂ ਪੇਰੈਂਟਸ ਵੱਲੋਂ ਇੰਸਟਰਕਸ਼ਨਸ ਨਿਰਦੇਸ਼ ਦਿੱਤੇ ਗਏ ਨੇ ਉਹਨਾਂ ਨੂੰ ਪੂਰਾ ਨਹੀਂ ਕਰਦੇ, ਜਿਸ ਕਾਰਨ ਆਪਣੇ ਸਕੂਲ ਦਾ ਕੰਮ ਜਾਂ ਘਰ ਦਾ ਕੰਮ ਜਾਂ ਆਪਣੀਆਂ ਜਿਹੜੀਆਂ ਡਿਊਟੀਜ਼ ਹੈ ਉਹ ਪੂਰੀਆਂ ਨਹੀਂ ਕਰ ਪਾਉਂਦੇ। ਕਿਸੇ ਵੀ ਕੰਮ ਨੂੰ ਸੰਗਠਿਤ ਕਰਨ ਵਿੱਚ ਜਾਂ ਵੱਖ-ਵੱਖ ਗਤੀਵਿਧੀਆਂ ਨੂੰ ਔਰਗੇਨਾਈਜ਼ ਕਰਨ ਵਿੱਚ ਪ੍ਰੋਬਲਮ ਆਏਗੀ। ਜੇ ਤੁਸੀਂ ਇਹਨਾਂ ਬੱਚਿਆਂ ਨੂੰ ਕੋਈ ਲੰਬੇ ਸਮੇਂ ਦਾ ਮਾਨਸਿਕ ਕੰਮ ਜਿਹਦੇ ਲਈ ਲੰਬੇ ਟਾਈਮ ਲਈ ਜਿਵੇਂ ਹੋਮਵਰਕ ਕਰਨਾ ਹੈ ਜਾਂ ਕਲਾਸ ਵਰਕ ਹੈ, 1 ਘੰਟੇ ਲਈ ਲਗਾਤਾਰ ਤੁਹਾਨੂੰ ਕੋਈ ਕੰਮ ਕਰਨਾ ਪਏਗਾ, ਇਸ ਤਰ੍ਹਾਂ ਦੇ ਕੰਮ ਬੱਚੇ ਕਰਨਾ ਪਸੰਦ ਨਹੀਂ ਕਰਦੇ ਜਿਹਦੇ ਲਈ ਇੱਕ ਜਗ੍ਹਾ ਟਿਕ ਕੇ ਬੈਠ ਕੇ ਦਿਮਾਗੀ ਤੌਰ 'ਤੇ ਕੋਈ ਕੰਮ ਕਰਨਾ ਪਏਗਾ। ਸੋ ਜਨਰਲੀ ਜਿਹੜੀਆਂ ਬੁੱਕਸ ਹੈ, ਟੋਇਜ਼ ਹੈ, ਪੈਨਸਿਲਾਂ ਗੁੰਮੇ ਹੀ ਰਹਿੰਦੇ ਨੇ। ਜਿਹੜੇ ਕੰਮ ਤੁਹਾਨੂੰ ਕੰਮ ਕਰਨ ਲਈ ਟੂਲਸ ਚਾਹੀਦੇ ਨੇ ਉਹ ਗੁੰਮ ਜਾਂਦੇ ਨੇ। ਐਂਡ ਮਾੜੀ ਜਿਹੀ ਜੇ ਕੋਈ ਬਾਹਰ ਆਵਾਜ਼ ਹੁੰਦੀ ਹੈ ਉਸ ਦੇ ਨਾਲ ਬਹੁਤ ਜਲਦੀ ਡਿਸਟਰੈਕਟ ਹੋ ਜਾਂਦੇ ਨੇ ਐਂਡ ਜਿਸ ਕਰਕੇ ਆਪਣੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਹੈ ਉਹਦੇ ਵਿੱਚ ਚੀਜ਼ਾਂ ਨੂੰ ਭੁੱਲਦੇ ਰਹਿੰਦੇ ਨੇ। ਸੋ ਬੇਸਿਕਲੀ 6 ਟਾਈਪਸ ਆਫ ਸਿੰਪਟਮਸ ਹੈ ਜੋ ਉਹਨਾਂ ਬੱਚਿਆਂ 'ਚ ਦੇਖੇ ਜਾਂਦੇ ਨੇ ਜਿਹੜੇ ਪ੍ਰੀਡੋਮੀਨੈਂਟਲੀ ਇਨਐਕਟਿਵ ਨੇ। 6 ਦੇ 6 ਸਿੰਪਟਮਸ ਵੀ ਹੋ ਸਕਦੇ ਨੇ ਜਾਂ ਇਹਨਾਂ ਵਿੱਚੋਂ ਕੋਈ ਇੱਕ ਹੋ ਸਕਦਾ। ਬਟ ਦੈਨ ਨੋਰਮਲੀ ਇੱਕ ਚੀਜ਼ ਜੋ ਧਿਆਨ ਰੱਖਣੀ ਹੈ ਕਿ ਨੋਰਮਲੀ ਇਹ ਕੋਈ ਬਹੁਤ ਔਖੀਆਂ ਗੱਲਾਂ ਨੇ, ਆਪਣੇ ਸਾਰਿਆਂ ਵਿੱਚ ਹੀ ਹੁੰਦੀਆਂ ਨੇ, ਬਟ ਲਗਾਤਾਰ ਜੇ 6 ਮਹੀਨੇ ਲਈ ਤੁਹਾਨੂੰ ਬੱਚੇ ਦੇ ਵਿੱਚ ਇਹ ਸਿੰਪਟਮਸ ਦਿਖ ਰਹੇ ਨੇ ਜੋ ਕਿ ਉਹਦੇ ਵਿਕਾਸ ਨੂੰ ਪ੍ਰਭਾਵਿਤ ਕਰ ਰਹੇ ਨੇ, ਦੈਨ ਯੂ ਕੈਨ ਥਿੰਕ ਦ ਚਾਈਲਡ ਇਜ਼ ਸਫਰਿੰਗ ਫਰੋਮ ਦਿਸ ਪ੍ਰੋਬਲਮ। ਜਿਵੇਂ ਅਗੇਨ ਆਪਾਂ ਸੇਮ ਸਿੰਪਟਮਸ ਇੱਥੇ ਐਕਸਪਲੇਨ ਕੀਤੇ। ਨੈਕਸਟ ਆਪਣੇ ਕੋਲ ਹੈ ਜੇ ਬੱਚੇ ਵਿੱਚ ਹਾਈਪਰ ਐਕਟੀਵਿਟੀ ਹੈ, ਲੋੜ ਤੋਂ ਵੱਧ ਇੰਪਲਸਿਵਨੈਸ ਹੈ, ਤਾਂ ਉਸਦੇ ਫਿਰ ਸਿੰਪਟਮਸ ਕੀ ਹੋਣਗੇ। ਅਗੇਨ ਸੇਮ ਚੀਜ਼ ਹੈ ਕਿ 6 ਮਹੀਨੇ ਤੱਕ ਤੁਸੀਂ ਧਿਆਨ ਰੱਖਣਾ ਕਿ ਇਹ ਸਿੰਪਟਮਸ ਪਰਸਿਸਟ ਕਰਨ। ਇਹਦੇ ਵਿੱਚ ਨੋਰਮਲੀ ਆਫਨ ਫਿਜਿਟ ਵਿਦ ਹੈਂਡਸ ਐਂਡ ਫੀਟਸ, ਆਪਣੇ ਹੱਥਾਂ ਨੂੰ ਜਾਂ ਉਂਗਲਾਂ ਨੂੰ ਮਟਕਾਉਂਦੇ ਰਹਿਣਾ ਜਾਂ ਪੈਰਾਂ ਨੂੰ ਹਿਲਾਉਂਦੇ ਰਹਿਣਾ। ਆਪਣੀ ਸੀਟ ਛੱਡ ਕੇ ਜਾਂਦੇ ਰਹਿੰਦੇ ਆ, ਕਲਾਸ ਵਿੱਚ ਇੱਕ ਜਗ੍ਹਾ ਨਹੀਂ ਬੈਠ ਪਾਉਂਦੇ। ਜਦੋਂ ਪੌੜੀਆਂ ਚੜ੍ਹਨੀਆਂ ਨੇ ਜਾਂ ਇੱਧਰ ਉੱਧਰ ਭੱਜਣਾ ਹੈ ਤਾਂ ਬੇਧਿਆਨ ਨਹੀਂ ਭੱਜਣਾ, ਜਿਸ ਕਰਕੇ ਮੈਨੀ ਟਾਈਮਸ ਤੁਹਾਨੂੰ ਐਂ ਲੱਗਦਾ ਵੀ ਰੈਸਟਲੈਸਨੈਸ ਹੈ, ਜਿੱਥੇ ਵੱਜ ਰਿਹਾ ਕਦੇ ਇੱਧਰ ਨੂੰ ਕਿਸੇ ਚੀਜ਼ 'ਚ ਵੱਜਣਾ, ਕਦੇ ਦੂਜੀ ਉੱਧਰ ਚੀਜ਼ 'ਚ ਵੱਜਣਾ। ਡਿਫੀਕਲਟੀ ਇਨ ਪਲੇਇੰਗ ਔਰ ਇਨ ਲੈਜਰ ਐਕਟੀਵਿਟੀ ਕੁਆਇਟਲੀ, ਟਿਕ ਕੇ ਬਹਿ ਕੇ ਖੇਡਣਾ ਵੀ ਕੋਈ ਕੰਮ ਹੁੰਦਾ ਨਾ, ਜਿਵੇਂ ਆਪਾਂ ਬਲੌਕਸ ਨਾਲ ਖੇਡਦੇ ਜਾਂ ਆਰਾਮ ਨਾਲ ਖੇਡਣਾ ਹੁੰਦਾ, ਉਹ ਬੱਚੇ ਨਹੀਂ ਕਰ ਸਕਦੇ। ਇਜ਼ ਆਫਨ ਔਨ ਦ ਗੋ, ਹਮੇਸ਼ਾ ਤਿਆਰ ਹੀ ਰਹਿੰਦਾ ਭੱਜਣ ਲਈ, ਨੱਠਣ ਲਈ। ਐਂਡ ਜਨਰਲੀ ਐਂ ਲੱਗਦਾ ਜਿਵੇਂ ਇਹਦਾ ਕੋਈ ਮੋਟਰ ਭਰੀ ਹੋਈ ਹੈ, ਰਾਈਟ, ਆਪਾਂ ਨੋਰਮਲੀ ਬਹੁਤ ਵਾਰ ਕਹਿੰਦੇ ਨਾ ਐਂ ਲੱਗਦਾ ਚਾਬੀ ਦੇ ਕੇ ਛੱਡਤਾ ਹੁੰਦਾ, ਸੱਚ ਕਾਈਂਡ ਆਫ ਅ ਬਿਹੇਵੀਅਰ। ਲੋੜ ਤੋਂ ਵੱਧ ਬੋਲਣਾ। often blurt out answer before question is completed, question ਪੂਰਾ ਹੋਣ ਤੋਂ ਪਹਿਲਾਂ ਹੀ ਆਨਸਰ ਜਾਂ ਜਵਾਬ ਦੇ ਦੇਣਾ। ਆਪਣੀ ਟਰਨ ਲਈ ਵੇਟ ਕਰਨ 'ਚ ਮੁਸ਼ਕਿਲ ਹੋਣਾ ਐਂਡ ਦੈਨ ਦੂਸਰਿਆਂ ਨੂੰ ਵਿੱਚ ਵਿਚਾਲੇ ਟੋਕ ਦੇਣਾ। ਸੋ ਜਨਰਲੀ ਥੀਸ ਆਰ ਦ ਸਿੰਪਟਮਸ ਜੋ ਉਹਨਾਂ ਬੱਚਿਆਂ 'ਚ ਦੇਖੇ ਜਾਂਦੇ ਨੇ ਜਿਨ੍ਹਾਂ ਵਿੱਚ ਹਾਈਪਰ ਐਕਟੀਵਿਟੀ ਜਾਂ ਇੰਪਲਸਿਵਨੈਸ ਹੈ। ਸੈਕਿੰਡ ਡਿਸਆਰਡਰ ਜੋ ਆਪਾਂ ਕੀਤਾ ਸੀ that has this kind of symptoms. So first ਵਾਲੇ ਦੇ inattention ਦੇ symptoms ਹੈ, ਹਾਈਪਰ ਐਕਟੀਵਿਟੀ ਦੇ symptoms ਸੈਕਿੰਡ ਦੇ ਵਿੱਚ ਦਿੱਤੇ ਹੋਏ ਹੈ। ਐਂਡ ਥਰਡ ਜਿਹੜਾ ਆਪਾਂ ਕੰਬਾਈਨ ਕੀਤਾ ਸੀ ਉਹਦੇ ਵਿੱਚ ਇਹ ਦੋਨੋਂ ਸਿੰਪਟਮਸ ਮਿਕਸ ਦਿਖਣਗੇ, ਰਾਈਟ। ਸੋ ਦੋਨਾਂ ਦੇ ਸਿੰਪਟਮਸ ਕੰਬਾਈਨ ਹੋ ਜਾਣਗੇ। ਕੌਜ਼ਿਸ ਕੀ ਹੁੰਦੀਆਂ ਨੇ? ਕੌਜ਼ਿਸ ਆਪਾਂ ਕੁਛ ਵੀ ਹੋ ਸਕਦੀ, ਜਨਰਲੀ ਜੈਨੇਟਿਕ ਵੀ ਨੇ, ਜਨਮ ਤੋਂ ਬੱਚੇ ਦੀ ਬਾਈ ਬਰਥ ਹੀ ਡਿਵੈਲਪਮੈਂਟ ਨੂੰ ਕਿਸੇ ਚੀਜ਼ ਤਰ੍ਹਾਂ ਇਫੈਕਟ ਹੋ ਜੇ ਤਾਂ ਹੋ ਸਕਦੀਆਂ ਨੇ। ਜਨਮ ਦੇ ਦੌਰਾਨ, ਪ੍ਰੈਗਨੈਂਸੀ ਦੇ ਦੌਰਾਨ ਜਾਂ ਪ੍ਰੈਗਨੈਂਸੀ ਤੋਂ ਬਾਅਦ, ਜਿਵੇਂ ਸਪੋਜ਼ ਇੱਥੇ ਆਪਾਂ ਲਿਖਿਆ ਵੀ ਹੋਇਆ ਨਿਕੋਟੀਨ ਪੋਇਜ਼ਨਿੰਗ, ਜੇ ਮਦਰ ਹੈ ਜਿਹੜੀ ਸਮੋਕਿੰਗ ਕਰਦੀ ਹੋਵੇ ਜਾਂ ਉਸ ਰੀਜ਼ਨਸ ਨਾਲ ਵੀ ਬੱਚੇ ਅੰਦਰ ਇਹ ਪ੍ਰੋਬਲਮ ਹੋ ਸਕਦੀ ਕਿ ਬੱਚੇ ਦੇ ਬ੍ਰੇਨ ਨੂੰ ਇਫੈਕਟ ਕਰੇਗਾ। ਉਸ ਤੋਂ ਇਲਾਵਾ ਲੈਡ ਪੋਇਜ਼ਨਿੰਗ, ਜਿਵੇਂ ਆਪਾਂ ਆਪਣੇ ਜਿਹੜਾ ਪਾਣੀ ਹੈ ਉਹਦੇ ਵਿੱਚ ਕਈ ਵਾਰ ਲੈਡ ਦੀ ਪੋਇਜ਼ਨਿੰਗ ਜੇ ਜ਼ਿਆਦਾ ਹੋਵੇ, ਜਾਂ ਸਪੋਜ਼ ਜਿਵੇਂ ਜਾਪਾਨ ਜਾਂ ਹਿਰੋਸ਼ੀਮਾ ਵਿੱਚ ਸੀਗਾ, ਇਨਵਾਇਰਮੈਂਟ ਵਿੱਚ ਜਿਹੜਾ ਮੈਟਲ ਆ ਉਹਦਾ ਕੰਟੈਂਟ ਵਧਿਆ ਹੋਇਆ, ਉਸ ਪੁਆਇੰਟ ਆਫ ਵਿਊ ਨਾਲ ਵੀ ਬੱਚਿਆਂ ਵਿੱਚ ਇਹ ਕੌਜ਼ਿਸ ਹੋ ਸਕਦੇ। ਬਟ ਦੈਨ ਦੀਜ਼ ਆਰ ਕੌਜ਼ਿਸ ਜੋ ਬੱਚੇ ਦੇ ਸਰੀਰ ਨਾਲ ਜਾਂ ਉਹਦੇ ਜੀਨਸ ਨਾਲ ਰਿਲੇਟਡ ਹੈ। ਫਿਰ ਕੁਛ ਲੈਵਲ 'ਤੇ ਮਨੋਵਿਗਿਆਨਕ ਤੌਰ 'ਤੇ ਵੀ ਲੱਗਦਾ ਕਿ ਇਹ ਨੋਰਮਲੀ ਜਿਹਨਾਂ ਬੱਚਿਆਂ ਦੇ ਪੇਰੈਂਟਸ ਬਹੁਤ ਜ਼ਿਆਦਾ ਅਥੋਰੀਟੇਰੀਅਨ ਨੇ, ਰੋਹ ਵਾਲੇ ਨੇ, ਉਹਨਾਂ ਦੇ ਬੱਚਿਆਂ ਵਿੱਚ ਵੀ ਇਹ ਪ੍ਰੋਬਲਮ ਦੇਖੀ ਗਈ, ਕਿਉਂਕਿ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ
ਉਹ ਬਹੁਤ ਜ਼ਿਆਦਾ ਆਪਣੇ ਪੇਰੈਂਟਸ ਦੇ ਬਿਹੇਵੀਅਰ ਨੂੰ ਨਕਾਰਦਾ ਰਹਿੰਦਾ, ਜਿਸ ਕਰਕੇ ਪੇਰੈਂਟ ਚਾਈਲਡ ਦਾ ਜਿਹੜਾ ਰਿਲੇਸ਼ਨਸ਼ਿਪ ਉਹ ਇੱਕ ਤਰ੍ਹਾਂ ਲੜਾਈ ਦਾ ਮੈਦਾਨ ਹੀ ਬਣ ਕੇ ਰਹਿ ਜਾਂਦਾ ਹੈ। ਸੋ ਜਿਹੜੇ ਬੱਚਿਆਂ ਦੇ ਪੇਰੈਂਟਸ ਇਸ ਤਰ੍ਹਾਂ ਦੀ ਜੋ ਡਿਸਓਬੀਡੀਐਂਸ ਹੈ ਜੋ ਬੱਚੇ ਦੇ ਵਿੱਚ ਦੇਖੀ ਗਈ ਆਪਣੇ ਪੇਰੈਂਟਸ ਨੂੰ ਲੈ ਕੇ, ਹੌਲੀ ਹੌਲੀ ਉਹ ਉਹਦੇ ਮਨ 'ਚ ਹੀ ਸਥਾਪਿਤ ਹੋ ਜਾਂਦੀ। ਅਤੇ ਜਦੋਂ ਉਹ ਕਿਸੇ ਵੀ ਸਕੂਲ ਵਿੱਚ ਜਾਂ ਸਮਾਜ ਵਿੱਚ ਵੀ ਆਪਣੇ ਬਿਹੇਵੀਅਰ, ਉਹਦਾ ਬਿਹੇਵੀਅਰ ਰੂਡ ਹੀ ਕਲਾਸੀਫਾਈ ਹੋ ਜਾਂਦਾ, ਰਾਈਟ। ਉਸ ਤੋਂ ਇਲਾਵਾ ਲਰਨਿੰਗ ਵੀ ਹੋ ਸਕਦੀ ਹੈ। ਲਰਨਿੰਗ ਇਨ ਦਾ ਸੈਂਸ ਕਿ ਜੇ ਆਲੇ ਦੁਆਲੇ ਪੇਰੈਂਟਸ ਹੈ ਜਿਹੜੇ ਉਹਨਾਂ ਦੇ ਵਿੱਚ ਜੋ ਬਿਹੇਵੀਅਰਸ ਨੂੰ ਉਹ ਦੇਖਦਾ ਜਾਂ ਆਪਣੇ ਕੀ ਕਹਿੰਦੇ ਨੇ ਸਿਬਲਿੰਗਸ ਦੇ ਬਿਹੇਵੀਅਰਸ ਨੂੰ ਦੇਖਦਾ, ਤਾਂ ਓਵਰ ਦਾ ਟਾਈਮਸ ਬੱਚਾ ਖੁਦ ਵੀ ਸਿੱਖ ਜਾਂਦਾ ਉਸੇ ਤਰ੍ਹਾਂ ਬਿਹੇਵ ਕਰਨਾ। ਸੋ ਦੇ 3 ਰੀਜ਼ਨਸ ਜਿਸ ਦੇ ਨਾਲ ਬੱਚੇ ਵਿੱਚ ਇਹ ਡਿਸੇਬਿਲਿਟੀਜ਼ ਦੇਖਣ ਨੂੰ ਮਿਲਦੀਆਂ ਨੇ। ਟ੍ਰੀਟਮੈਂਟ ਇਸ ਦਾ ਕੀ ਹੈ? ਟ੍ਰੀਟਮੈਂਟ ਦਾ ਜਨਰਲੀ ਆਪਾਂ ਕੋਈ ਵੀ ਐਸਾ ਮੈਡੀਸਨ ਜਿਹੜਾ ਉਹਨੂੰ ਨਰਵਸ ਡਿਸਆਰਡਰਸ ਨੂੰ ਠੀਕ ਕਰਨ ਲਈ ਯੂਜ਼ ਕੀਤਾ ਜਾਂਦਾ, ਉਹ ਮੈਡੀਸਨ ਆਪਾਂ ਯੂਜ਼ ਕਰ ਸਕਦੇ, ਦੋ ਨੋਟ ਵੈਰੀ ਸਕਸੈਸਫੁਲ ਬਟ ਵੀ ਕੈਨ ਯੂਜ਼ ਦੈਟ। ਉਸ ਤੋਂ ਇਲਾਵਾ ਸਕੂਲ ਲੈਵਲ 'ਤੇ ਵੀ ਇੰਟਰਵੈਂਸ਼ਨ ਹੋ ਸਕਦੀਆਂ ਨੇ, ਟੀਚਰਸ ਨੂੰ ਟ੍ਰੇਨ ਕਰਨਾ ਕਿ ਇਹਨਾਂ ਬੱਚੇ ਦੇ ਜੋ ਯੂਨੀਕ ਨੀਡਸ ਹੈ ਉਹਨਾਂ ਨੂੰ ਤੁਸੀਂ ਯੂਜ਼ ਕਰੋ। ਜੇ ਬੱਚਾ ਇੱਕ ਜਗ੍ਹਾ ਟਿਕ ਕੇ ਨਹੀਂ ਬੈਠਦਾ ਦਿਟ ਕੈਨ ਬੀ ਯੂਜ਼ਡ ਫॉर ਟੀਚਿੰਗ ਆਲਸੋ। ਅਤੇ ਉਸ ਤਰ੍ਹਾਂ ਜਿਵੇਂ ਓਪਰੈਂਟ ਕੰਡੀਸ਼ਨਿੰਗ ਹੈ ਜਿਹੜੀ ਆਪਾਂ ਕਹਿੰਦੇ ਰਿਵਾਰਡ ਸਿਸਟਮ ਹੈ ਕਿ ਜੇ ਕੰਮ ਕਰੇਗਾ ਤੈਨੂੰ ਇਹ ਪ੍ਰਾਈਜ਼ ਮਿਲੂਗਾ, ਦਿਸ ਕੈਨ ਬੀ ਯੂਜ਼ਡ। ਪੀਅਰ ਟਿਊਟਰਿੰਗ ਕੈਨ ਬੀ ਯੂਜ਼ਡ। ਆਪਣੀ ਹਮ ਉਮਰ ਦੇ ਬੱਚਿਆਂ ਦੇ ਨਾਲ ਗੱਲਬਾਤ ਤਾਂ ਉਹ ਕਰਦੇ ਨੇ ਬਟ ਦੈਨ ਦੈਟ ਕੈਨ ਬੀ ਯੂਜ਼ਡ ਇਨ ਟੀਚਿੰਗ ਦਾ ਚਾਈਲਡ। ਉਸ ਤੋਂ ਇਲਾਵਾ ਬੱਚੇ ਦੇ ਡੇਲੀ ਰਿਪੋਰਟ, ਰੋਜ਼ ਦੇ ਬਿਹੇਵੀਅਰ ਵੱਲ ਧਿਆਨ ਰੱਖੋ ਕਿਉਂਕਿ ਅਲਟੀਮੇਟਲੀ ਜੇ ਤੁਸੀਂ ਉਹਦੇ ਬਿਹੇਵੀਅਰ ਨੂੰ ਡੇਲੀ ਦੇਖੋਗੇ ਤਾਂ ਹੀ ਉਸਦੇ ਵਧੀਆ ਬਿਹੇਵੀਅਰ ਨੂੰ ਰਿਵਾਰਡ ਕਰੋਗੇ। ਇਫ ਯੂ ਸਟਾਰਟ ਰਿਵਾਰਡਿੰਗ ਗੁੱਡ ਬਿਹੇਵੀਅਰਸ ਦੈਨ ਦਾ ਚਾਈਲਡ ਜਨਰਲੀ ਹੈ ਜਿਹੜਾ ਉਹ ਇਸ ਤਰ੍ਹਾਂ ਦੇ ਬਿਹੇਵੀਅਰ ਨੂੰ ਆਪਣੇ ਅੰਦਰੋਂ ਕੱਢ ਵੀ ਦਿੰਦਾ, ਰਾਈਟ। ਉਸ ਤੋਂ ਇਲਾਵਾ ਸਾਈਕੋਲੋਜੀਕਲ ਟ੍ਰੀਟਮੈਂਟ ਵੀ ਹੋ ਸਕਦਾ ਜਿਸ ਦੇ ਵਿੱਚ ਆਪਾਂ ਕਹਿੰਦੇ ਪੇਰੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਵੇ, ਕਿਉਂਕਿ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ। ਜਨਰਲੀ ਆਪਾਂ ਪਿੱਛੇ ਕੀਤਾ ਹੀ ਸੀਗਾ ਕਿ ਪੇਰੈਂਟਸ ਦਾ ਅਥੋਰੀਟੇਰੀਅਨ ਹੋਣਾ ਜਾਂ ਬੱਚੇ ਦੇ ਲੋੜ ਤੋਂ ਜ਼ਿਆਦਾ ਰੋਬ ਪਾਉਣਾ ਵੀ ਇੱਕ ਰੀਜ਼ਨ ਹੈ ADHD ਦਾ। ਸੋ ਜੇ ਪੇਰੈਂਟਸ ਦੀ ਅਪਬ੍ਰਿੰਗਿੰਗ ਦੇ ਵਿੱਚ ਆਪਾਂ ਬੱਚਿਆਂ ਨੂੰ ਪੇਰੈਂਟਸ ਨੂੰ ਟ੍ਰੇਨ ਆਊਟ ਕਰੀਏ ਬੱਚੇ ਨਾਲ ਕਿਵੇਂ ਡੀਲ ਕਰਨਾ, ਦੈਨ ਦਿਸ ਕੈਨ ਬੀ ਅਵੋਇਡਡ। ਉਸ ਤੋਂ ਇਲਾਵਾ ਤੁਹਾਡੀਆਂ ਕਲਾਸਰੂਮ ਮੈਨੇਜਮੈਂਟ ਟੈਕਨੀਕਸ 'ਚ ਜਨਰਲੀ ਟੀਚਰ ਹੈ ਜਿਹੜਾ ਕਲਾਸ ਵਿੱਚ ਵੀ ਰੋਬ ਪਾ ਕੇ ਕਲਾਸ ਨੂੰ ਮੈਨੇਜ ਕਰਦਾ, ਉਸ ਟੈਕਨੀਕ ਨੂੰ ਵੀ ਚੇਂਜ ਕੀਤਾ ਜਾਵੇ। ਸੋ ਛੋਟੀਆਂ ਛੋਟੀਆਂ ਸ਼ਾਰਟ ਟਰਮ ਸਟ੍ਰੈਸ ਸਕਸੈਸ ਹੈ ਬੱਚੇ ਦੇ ਸਮਾਜਿਕ ਜਾਂ ਅਕੈਡਮਿਕ ਬਿਹੇਵੀਅਰ ਵਿੱਚ ਇੰਪਰੂਵਮੈਂਟ ਲਈ ਛੋਟੇ ਛੋਟੇ ਸਟੈਪ ਸੋਚੇ ਜਾਓ, ਬਿਹੇਵੀਅਰ ਨੂੰ ਕਲੋਜ਼ਲੀ ਮੋਨੀਟਰ ਕਰੋ ਐਂਡ ਦੈਨ ਦਿਸ ਕੈਨ ਬੀ ਕਿਉਰਡ। ਉਸ ਤੋਂ ਇਲਾਵਾ ਕੁਝ ਕਲਾਸਰੂਮ ਸਟਰਕਚਰਸ ਦਾ ਵੀ ਦੇਖਿਆ ਗਿਆ ਕਿ ਬੱਚਿਆਂ 'ਤੇ ਫੇਵਰੇਬਲ ਇੰਪੈਕਟ ਹੈ, ਕਿਉਂਕਿ ਜੇ ਟੀਚਰ ਹੈ ਜਿਹੜਾ ਆਪਣੀ ਟੌਪਿਕ ਪੜ੍ਹਾਉਣ ਦੇ ਢੰਗ ਨੂੰ ਮੋਡੀਫਾਈ ਕਰ ਲੇ, ਕੰਟੈਂਟ ਨੂੰ ਮੋਡੀਫਾਈ ਕਰ ਲੇ, ਅਸਾਈਨਮੈਂਟਸ ਨੂੰ ਬਰੀਫ ਰੱਖੇ ਐਂਡ ਇਮੀਡੀਏਟ ਫੀਡਬੈਕ ਦੇਵੇ, ਤਾਂ ਇਹ ਦੇਖਿਆ ਗਿਆ ਕਿ ਜਿਹੜੇ ਬੱਚੇ ADHD ਨਾਲ ਸਫਰ ਕਰਦੇ ਨੇ ਉਹ ਵਧੀਆ ਤਰ੍ਹਾਂ ਕਲਾਸਿਸ ਵਿੱਚ ਪਰਫਾਰਮ ਕਰਦੇ। ਜਿਵੇਂ ਤੁਸੀਂ ਕੋਈ ਫਿਜ਼ੀਕਲ ਐਕਸਰਸਾਈਜ਼ ਲਗਾਤਾਰ 20-25 ਮਿੰਟ ਕਰਾਉਣ ਦੀ ਬਜਾਏ ਜਾਂ ਘੰਟਾ ਕਰਾਉਣ ਦੀ ਬਜਾਏ ਉਹਦੇ ਵਿੱਚ ਬ੍ਰੇਕਸ ਦੇ ਦਿਓ, ਕੰਪਿਊਟਰ ਅਸਿਸਟਡ ਡਰਿਲ ਪ੍ਰੋਗਰਾਮਸ ਯੂਜ਼ ਕਰ ਲਓ। ਅਗੇਨ ਕੰਪਿਊਟਰ ਕਿਉਂਕਿ ਇੱਕ ਨਵੀਂ ਚੀਜ਼ ਹੈ, ਸਾਨੂੰ ਰੋਜ਼ ਤਾਂ ਅਸੀਂ ਯੂਜ਼ ਨਹੀਂ ਕਰਦੇ, ਉਹਨੂੰ ਲਰਨ ਕਰਨ ਨੂੰ ਵੀ ਟਾਈਮ ਲੱਗੂਗਾ, ਸੋ ਦੈਟ ਵਿਲ ਕੀਪ ਦਾ ਚਾਈਲਡ ਬਿਜ਼ੀ। ਇਸੇ ਤਰ੍ਹਾਂ ਜਿਹੜੇ ਤੁਹਾਡੇ ਅਕੈਡਮਿਕ ਕੰਮ ਹੈ ਜੇ ਦਿਨ ਦੇ ਸਵੇਰੇ ਸਵੇਰੇ ਕਰ ਲਓ, ਜਦੋਂ ਹਲੇ ਸੁੱਤੇ ਪਏ ਹੀ ਉੱਠਿਆ ਬੱਚਾ ਜਾਂ ਅਰਲੀ ਮੋਰਨਿੰਗ ਜੇ ਆਪਾਂ ਬੱਚੇ ਤੋਂ ਕਰਵਾ ਲਈਏ ਤਾਂ ਬੱਚਾ ਆਪਣੇ ਕੰਮ ਠੀਕ ਤਰ੍ਹਾਂ ਕਰਦਾ। ਸੋ ਦਿਸ ਕੈਨ ਬੀ ਯੂਜ਼ਡ ਫॉर ਪੀਪਲ ਹੂ ਆਰ ਸਫਰਿੰਗ ਫਰੋਮ ADHD। ਉਸ ਤੋਂ ਇਲਾਵਾ ਸੈਕਿੰਡ ਨੈਕਸਟ ਜੋ ਆਪਾਂ ਇਹਦੇ ਵਿੱਚ ਕਰਨਾ ਟੌਪਿਕ ਹੈ ਦੈਟ ਇਜ਼ ਅਬਾਊਟ ਇਮੋਸ਼ਨਲ ਡਿਸਟਰਬੈਂਸਿਸ ਔਰ ਬਿਹੇਵੀਅਰਲ ਪ੍ਰੋਬਲਮਸ। ਜਿਹੜੀਆਂ ਬੱਚਿਆਂ ਵਿੱਚ ਬਿਹੇਵੀਅਰਸ ਨੂੰ ਲੈ ਕੇ ਪ੍ਰੋਬਲਮ ਦੇਖੀਆਂ ਗਈਆਂ ਨੇ ਜਾਂ ਇਮੋਸ਼ਨਲੀ ਜੋ ਡਿਸਟਰਬ ਰਹਿੰਦੇ ਆ ਬੱਚੇ। ਸੋ ਬਿਹੇਵੀਅਰਲ ਪ੍ਰੋਬਲਮ ਸਿੰਪਲ ਜੇ ਆਪਾਂ ਕਹੀਏ ਬੱਚੇ ਵਿੱਚ ਐਗਰੈਸ਼ਨ ਹੋਣਾ, ਐਂਟੀ ਸੋਸ਼ਲ ਬਿਹੇਵੀਅਰ ਹੋਣਾ, ਇਨਅਟੈਂਟਿਵਨੈਸ, ਡਿਸਟਰੈਕਟੇਬਿਲਿਟੀ, ਇੰਪਲਸਿਵਨੈਸ, ਸਮਾਜਿਕ ਤੌਰ 'ਤੇ ਇੱਕ ਦੂਜੇ ਨਾਲ ਤਾਲਮੇਲ ਨਾ ਸਥਾਪਿਤ ਕਰਨਾ, ਆਪਣੀਆਂ ਰੋਜ਼ਮਰ੍ਹਾ ਦੇ ਕੰਮਾਂ ਵਿੱਚ ਰੂਟੀਨਸ ਨਾ ਦੇਣਾ, ਆਬਸੈਸਿਵ ਹੋਣਾ, ਕਿਸੇ ਚੀਜ਼ ਨੂੰ ਲੈ ਕੇ ਲੋੜ ਤੋਂ ਵੱਧ ਹੋਣਾ ਕਿ ਮੈਂ ਲੈਣੀ ਉਹ ਲੈਣੀ ਹੈ, ਉਸ ਤਰ੍ਹਾਂ ਦਾ ਅਟੈਂਸ਼ਨ ਸੀਕਿੰਗ ਬਿਹੇਵੀਅਰ ਹੈ, ਦੂਜੇ ਨੂੰ ਇਸ ਕਰਕੇ ਛੇੜਨਾ ਵੀ ਸਾਰਾ ਧਿਆਨ ਹੈ ਜਿਹੜਾ ਉਹ ਮੇਰੇ ਵੱਲ ਹੀ ਰਹੇ। ਜਾਂ ਉਸ ਤੋਂ ਇਲਾਵਾ ਡਿਪਰੈਸਡ ਬਿਹੇਵੀਅਰ ਜਿਹਦੇ ਵਿੱਚ ਬੱਚਾ ਕਿਸੇ ਨਾਲ ਵੀ ਰਲਦਾ ਨਹੀਂ, ਬਹੁਤ ਜ਼ਿਆਦਾ ਸਟ੍ਰੈਸ ਲੈਂਦਾ ਜਾਂ ਮੂਡ ਸਵਿੰਗਸ ਹੈ, ਕਦੇ ਬਹੁਤ ਖੁਸ਼ ਹੈ ਕਦੇ ਬਹੁਤ ਦੁਖੀ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੈ ਜੋ ਬੱਚੇ ਵਿੱਚ ਨੈਗੇਟਿਵ ਸੈਲਫ ਕਨਸੈਪਟ ਦਾ ਵਿਕਾਸ ਕਰਦੀਆਂ ਨੇ ਅਤੇ ਇੱਕ ਲੋਅਰ ਸੈਲਫ ਅਸਟੀਮ ਹੈ ਜਿਹੜੀ ਉਹ ਦੇ ਦਿੰਦੀ ਹੈ, ਉਹਨਾਂ ਨੂੰ ਆਪਾਂ ਬਿਹੇਵੀਅਰਲ ਐਂਡ ਇਮੋਸ਼ਨਲ ਪ੍ਰੋਬਲਮਸ ਆਫ ਦਾ ਚਾਈਲਡ ਕਹਿੰਦੇ ਨੇ। ਇਹ ADHD ਨਾਲੋਂ ਸੈਪਰੇਟ ਵੀ ਹੈ, ਮਤਲਬ ਇੱਕ ਉਹਨਾਂ ਬੱਚਿਆਂ 'ਚ ਤਾਂ ਦੇਖਿਆ ਹੀ ਜਾਂਦਾ ਜਿਹੜੇ ਇਸ ADHD ਨਾਲ ਸਫਰ ਕਰਦੇ ਨੇ। ਉਸ ਤੋਂ ਇਲਾਵਾ ਆਮ ਤੌਰ 'ਤੇ ਬੱਚਾ ਜਿਹੜਾ ਇਸ ADHD ਨਾਲ ਸਫਰ ਨਹੀਂ ਕਰ ਰਿਹਾ ਉਹਨਾਂ ਵਿੱਚ ਵੀ ਵੇਖਿਆ ਜਾਂਦਾ ਨੇ। ਸੋ ਇਹ ਜਿਹੇ ਬੱਚੇ ਜਨਰਲੀ ਗਰੁੱਪਸ ਵਿੱਚ ਕੰਮ ਨਹੀਂ ਕਰ ਪਾਉਂਦੇ, ਰਿਲੇਸ਼ਨਸ਼ਿਪ ਨਹੀਂ ਬਣਵਾ ਪਾਉਂਦੇ, ਕੋਆਪਰੇਟ ਨਹੀਂ ਕਰ ਪਾਉਂਦੇ ਬਿਕੋਜ਼ ਐਗਰੈਸ਼ਨ ਬਹੁਤ ਜ਼ਿਆਦਾ ਦਿਖਾਉਂਦੇ ਨੇ। ਇਸ ਰੀਜ਼ਨਸ ਨਾਲ ਬੱਚੇ ਜਿਹੜੇ ਉਹਨਾਂ ਨਾਲ ਕੋਆਪਰੇਟ ਨਹੀਂ ਕਰਦੇ। ਸੋ ਜੇ 1 by 1 ਕਰੀਏ ਤਾਂ ਬਿਹੇਵੀਅਰ ਪ੍ਰੋਬਲਮਸ ਤੁਹਾਨੂੰ ਦਿੱਤੀਆਂ ਜਨਰਲ ਚਿਲਡਰਨ ਦੀਆਂ। ਅਗੇਨ ਸ਼ਾਈਨੈਸ ਹੈ, ਕਿਸੇ ਨਾਲ ਮਿਲਣਾ ਨਹੀਂ, ਡਰ, ਅਗਰੈਸ਼ਨ, ਹਾਈਪਰ ਐਕਟੀਵਿਟੀ, ਡੇ ਡਰੀਮਿੰਗ, ਚੀਟਿੰਗ ਜਾਂ ਸਟੀਲਿੰਗ, ਰਾਈਟ, ਚੋਰੀ ਕਰਨਾ ਜਾਂ ਨਕਲ ਕਰਨਾ,
उस तरह इनू आप हैंडल करने लिए टीचर या पेरेंट्स रिवॉर्ड सिस्टम यूज़ कर सकते हैं, उस सिचुएशन को समझ सकते हैं जिस करके बच्चा इस तरह का बिहेवियर शो कर रहा है, एंड वी कैन मॉडिफाई द सिचुएशन। एडोलसेंट्स ਵਿੱਚ क्योंकि बहुत ज़्यादा इंडिपेंडेंस भालते हैं, पेरेंट्स की अथॉरिटी तो अपनी इंडिपेंडेंस भालते हैं, इस रीजनस ਨਾਲ ਜਿਹੜੀਆਂ ਬਿਹੇਵੀਅਰ ਪ੍ਰੋਬਲਮਸ ਆ ਉਹ ਜਨਰਲੀ ਪੇਰੈਂਟਸ ਤੇ ਸਕੂਲ ਦੀ ਸੁਪਰਵਿਜ਼ਨ ਨਾਲ ਦੇਖेंगे। ਜੇ ਸਕੂਲ ਜਾਂ ਪੇਰੈਂਟਸ ਲੋੜ ਤੋਂ ਬਾਅਦ ਸੁਪਰਵਿਜ਼ਨ ਰੱਖਣ ਦਾ ਚਾਈਲਡ ਸ਼ੋਜ਼ ਰਿਜ਼ੈਂਟਮੈਂਟ ਕੀ ਜਾਂ ਖਿਜਿਆ ਰਹੇਗਾ। ਡਰੱਗ ਤੇ ਅਲਕੋਹਲ ਦਾ ਮਿਸਯੂਜ਼ ਵੀ ਕਿਉਂਕਿ ਇਸ ਏਜ ਵਿੱਚ ਸ਼ੁਰੂ ਹੋ ਜਾਂਦਾ। ਟਰੂਐਂਸੀ ਹੈ ਭੱਜਣਾ, ਚਾਹੇ ਸਕੂਲ ਤੋਂ ਭੱਜ ਜਾਣਾ, दैट कैन बी घरों भज जाना, राइट, चोरी करना, सैक्शुअल एक्सपैरीमेंटेशन करना इज़ कॉमन एट द स्टेज। दिस इज़ दिस काइंड ऑफ बिहेवियरल प्रॉब्लम्स हैं जो बच्चे फेस करते हैं, राइट। सो जनरली जो भी ਜਿਹੜੇ ਬੱਚੇ ਇਸ ਪ੍ਰੋਬਲਮਸ ਨਾਲ ਆਏ ਨੇ ਥੈਰੇਪਿਸਟ ਕੋਲ, ਉਹਦੇ 'ਚ ਦੇਖਿਆ ਕਿ ਵੀ ਸ਼ੱਕ ਦੀ ਭਾਵਨਾ ਜਿਹੜੀ ਅਡਲਟਸ ਦੀ ਹੈ, ਜਾਂ ਰਿਬੈਲੀਅਸ ਹੋਣਾ, ਵਿਦਰੋਹੀ ਹੋਣਾ, ਡਿਫੀਐਂਟ ਹੋਣਾ, ਜੋ ਗੱਲ ਕਹੀ ਉਹ ਨਹੀਂ ਕਰਨਾ, ਐਂਡ ਜਨਰਲੀ ਜੇ ਉਹਨਾਂ ਦਾ ਟਰੀਟਮੈਂਟ ਵੀ ਕਰਨ ਦੀ ਕੋਸ਼ਿਸ਼ ਕਰੋ ਤਾਂ ਬੱਚੇ ਉਹ ਨਹੀਂ ਕਰਨਾ ਚਾਹੁੰਦੇ। ਐਂਡ ਜੇ ਤੁਸੀਂ ਐਡੋਲਸੈਂਸ ਨਾਲ ਗੱਲ ਕਰੋ ਤਾਂ ਜਨਰਲੀ ਉਹ ਆਪਣੀਆਂ ਇਹਨਾਂ ਸਮੱਸਿਆਵਾਂ ਲਈ ਦੂਸਰਿਆਂ ਨੂੰ ਬਲੇਮ ਕਰਦੇ ਨੇ, ਅਤੇ ਆਪਣੇ ਅੰਦਰ ਵੀ ਉਹਨਾਂ ਦੇ ਕੋਈ ਪ੍ਰੇਰਨਾ ਨਹੀਂ ਹੁੰਦੀ ਆਪਣੇ ਬਿਹੇਵੀਅਰ ਨੂੰ ਚੇਂਜ ਕਰਨ ਲਈ। ਬੈਸਟ ਇਹਦੇ ਲਈ ਜੋ ਵਰਕ ਕਰਦਾ ਉਹ ਗਰੁੱਪ ਟਰੀਟਮੈਂਟ ਮੈਥਡ ਹੈ, ਜਿਹਨੂੰ ਆਪਾਂ ਯੂਜ਼ ਕਰ ਸਕਦੇ ਹਾਂ, ਜਿਸ ਨਾਲ ਜਿਹੜਾ ਸਾਡਾ ਐਟਮੋਸਫੀਅਰ ਹੈ ਉਹ ਜ਼ਿਆਦਾ ਬੱਚੇ ਲਈ ਥ੍ਰੈਟਨਿੰਗ ਨਾ ਹੋਵੇ, ਐਂਡ ਦੈਨ ਪੀਅਰ ਸਪੋਰਟ ਦੇ ਨਾਲ ਅਸੀਂ ਬੱਚੇ ਵਿੱਚ ਚੇਂਜਸ ਲਿਆ ਸਕਦੇ ਹਾਂ। ਸੋ ਕਾਮਨਲੀ ਕਲਾਸਰੂਮਸ ਦੇ ਵਿੱਚ ਜਿਹੜੀਆਂ ਆਪਾਂ ਬਿਹੇਵੀਅਰ ਪ੍ਰੋਬਲਮਸ ਬੱਚਿਆਂ ਦੀਆਂ ਦੇਖਦੇ ਹਾਂ, ਉਹ ਕਲਾਸ ਵਿੱਚ ਡਿਸਟਰਬੈਂਸ ਕ੍ਰੀਏਟ ਕਰਨਾ, ਆਮ ਤਾਂ ਤੁਸੀਂ ਦੇਖਿਆ ਇੱਕ ਦੂਜੇ ਨੂੰ ਛੇੜਦੇ ਰਹਿਣਾ, ਦੂਜੇ ਦੇ ਕੰਮ ਵਿੱਚ ਦਖਲ ਦੇਣਾ, ਇੰਪੇਸ਼ੈਂਸ ਹੋਣਾ, ਵੀ ਜੋ ਕੰਮ ਹੈ ਜੇ ਕੰਮ ਜੋ ਕੁਐਸਚਨ ਦਾ ਆਨਸਰ ਕੁਐਸਚਨ ਪੂਰਾ ਹੋਣ ਤੋਂ ਪਹਿਲਾਂ ਹੀ ਦੇ ਦੇਣਾ, ਜਾਂ ਕੰਮ ਨੂੰ ਬਹੁਤ ਜਲਦੀ ਸ਼ੁਰੂ ਕਰ ਲੈਣਾ ਫਿਰ ਗੰਦੀ ਤਰ੍ਹਾਂ ਕਰਨਾ, ਆਪਣੇ ਕੰਮ ਨੂੰ ਰਿਵਿਊ ਨਾ ਕਰਨਾ, ਪੇਪਰ ਕੰਪਲੀਟ ਕਰਨ ਦੀ ਕਾਹਲੀ ਹੋਣਾ ਬਟ ਇਹ ਨਾ ਦੇਖਣਾ ਕਿ ਪੇਪਰ ਪੂਰੀ ਤਰ੍ਹਾਂ ਅਟੈਂਪਟ ਹੋਇਆ ਜਾਂ ਨਹੀਂ, ਡਿਸਰਿਸਪੈਕਟ ਦਿਖਾਣਾ ਪੇਰੈਂਟਸ ਟੀਚਰਸ ਨੂੰ ਜਾਂ ਆਪਣੇ ਨਾਲ ਦੇ ਬੱਚਿਆਂ ਨੂੰ ਰਿਸਪੈਕਟਫੁਲੀ ਨਾ ਬੋਲਣਾ, ਅਚੀਵਮੈਂਟ ਐਨਜ਼ਾਈਟੀ ਹੋਣਾ, ਛੋਟੇ ਛੋਟੇ ਨੰਬਰਾਂ ਨੂੰ ਲੈ ਕੇ ਟੈਨਸ਼ਨ ਲੈ ਲੈਣਾ, ਅੱਧੇ ਨੰਬਰ ਨਾਲ, ਜੇ ਥੋੜ੍ਹਾ ਜਿਹਾ ਟੀਚਰ ਨੇ ਜੇ ਕ੍ਰਿਟੀਸਾਈਜ਼ ਕਰਤਾ ਉਸ ਚੀਜ਼ ਨੂੰ ਬਹੁਤ ਪੋਜ਼ੀਟਿਵਲੀ ਨਾ ਲੈਣਾ, ਐਕਸਟਰਨਲ ਰਿਲਾਇੰਸ, ਆਪਣੇ ਆਪ ਦੀ ਬਜਾਏ ਦੂਸਰਿਆਂ ਵੱਲ ਦੇਖਦੇ ਰਹਿਣਾ ਵੀ ਦੂਸਰੇ ਜੋ ਕਰਨਗੇ ਉਹੀ ਮੈਂ ਕਰ ਲੂੰਗਾ, ਦੂਸਰੇ ਤੋਂ ਸਲਾਹ ਲੈਣੀ, ਸੈਲਫ ਜਿਹੜਾ ਇੰਡੀਪੈਂਡੈਂਸ ਹੈ ਉਹ ਨਾ ਹੋਣਾ, ਇਨਅਟੈਂਟਿਵ ਹੋਣਾ, ਵਿਡਰੋਨ ਹੋਣਾ, ਕਲਾਸ ਵਿੱਚ ਧਿਆਨ ਨਾ ਦੇਣਾ, ਇਕੱਲੇ ਰਹਿਣਾ, ਫਰੈਂਡਸ ਵਗੈਰਾ ਨਾਲ ज़्यादा फ्रेंड्स ना बनाना, इररेलेवेंट रिस्पॉन्सिवनेस, बिना मतलब तो आंसर देना, एक छोटी जी गल नूं वड्डा वधा चढ़ा के कहना, टीचर दे बोलते हुए उसनूं विचों इंटरप्ट कर लेना, क्लास विच बेलोड़ींदा कमेंट पास करना, दिस कैन बी दी नॉर्मल बिहेवियर प्रॉब्लम्स जो आपां बच्चों विच क्लासरूम विच देखते हैं। नीड फॉर क्लोजनेस टू क्लास, मतलब टीचर ਦੇ ਨਾਲ ਜਿਹੜੀ ਨੇੜਤਾ ਹੈ ਉਹਨੂੰ ਵਧਾਉਣ ਦੇ ਯਤਨ ਕਰਨਾ, ਓਵਰ ਫਰੈਂਡਲੀ ਹੋਣਾ, ਇੱਥੋਂ ਤੱਕ ਕਿ ਕਈ ਵਾਰ ਫਿਜ਼ੀਕਲੀ ਵੀ ਟੀਚਰ ਦੇ ਹੱਥ ਲਗਾਉਣ ਦੀ ਕੋਸ਼ਿਸ਼ ਕਰਨਾ, ਦਿਸ ਕਾइंड ऑफ बिहेवियर। एनजाइटी या डिप्रैशन हो जाना, पिछे सीगा कि नंबरां पिछे एनजाइटी शो करना, इत्थे हुण डिप्रैशन हो जाना, छोटी जी गल नूं इन्ना ज़्यादा अपने मन ते लगा लेना कि किसी नाल गल नहीं करनी, किसी चीज़ 'च इंटरस्ट नहीं लेना, अपसैट हो जाना, सो अल्टीमेटली स्ट्रैस या डिप्रैशन वाल जाना, चुपचाप रहना, विड्रॉन रहना, किसी आइसोलेटिड, किसी नाल अपनी प्रॉब्लम्स नूं अपने आप विच ही गुम्मिया रहना, उसी तरह अग्रैशन या वायलेंस, गुस्सा होना, लड़ाई झगड़ा करना, अटेंशन इंस्ट्रक्शनस ਨੂੰ ਧਿਆਨ ਨਾਲ ਨਾ ਸੁਣਨਾ, ਡਿਸਟਰੈਕਟ ਹੋ ਜਾਣਾ, ਬਾਹਰ ਦੇਖਦੇ ਰਹਿਣਾ, ਕਲਾਸ ਦੇ ਵਿੱਚ ਬੈਠੇ ਦੀ ਬਜਾਏ ਹੱਥ ਪੈਰ ਬੇਲੋੜੀਂਦਾ ਹਿਲਾਉਂਦੇ ਰਹਿਣਾ, ਟਰੂਐਂਸੀ, ਕਲਾਸਾਂ ਵਿੱਚੋਂ ਭੱਜ ਜਾਣਾ, ਫਿਜ਼ੀਕਲ ਇੰਜਰੀ, ਸੱਟ ਲੱਗ ਜਾਣਾ, ਚਾਹੇ ਉਹ ਆਪਾਂ ਕਹੋਗੇ ਜਿਹੜਾ ਬੱਚਾ ਦੂਸਰੇ ਦੇ ਵੀ ਮਾਰ ਸਕਦਾ, ਜਾਂ ਬਾਈਟਸ ਦੇ, ਸਟ੍ਰੈਪ ਮਾਰਕਸ, ਬਰਨਸ, ਆਪਣੇ ਆਪ ਨੂੰ ਜਲਾ ਲੈਣਾ, ਇਸ ਤਰ੍ਹਾਂ ਦੀ ਫਿਜ਼ੀਕਲ ਇੰਜਰੀ ਹੋਣਾ। दिस वॉज ऑल अबाउट द बिहेवियरल प्रॉब्लम्स। मैं आई विल शेयर यू विद यू अ PDF ऑल्सो जिहदे विच बिहेवियरल प्रॉब्लम्स काफ़ी डिटेल विच दित्तियां होईयां ने इन केस यू वॉन्ट टू स्टडी, बट अदरवाइज एज फार एज आ पेपर इज़ कंसर्न उहदे लई दिस इज़ ओके। then we have next kind of problems है इमोशनल प्रॉब्लम्स, भावां नूं लैके ਜਾਂ ਆਪਣੀਆਂ ਫੀਲਿੰਗਸ ਨੂੰ ਲੈ ਕੇ ਜੋ ਪ੍ਰੋਬਲਮਸ ਹੈ, ਜਿਹਦੇ ਵਿੱਚ ਅੰਦਰ ਟੈਂਪਰ ਟੈਂਟਰਮਸ ਹੈ, ਮੈਂ ਤਾਂ ਹੀ ਕਰਨਾ ਜੀ, ਐਵੇਂ ਕਰਨਾ ਜੀ, ਉਸ ਤਰ੍ਹਾਂ ਦੇ ਟੈਂਟਰਮਸ ਸ਼ੋ ਕਰਨਾ, ਅਟੈਂਸ਼ਨ ਡੈਫਿਸਿਟ, ਧਿਆਨ ਨਾ ਦੇਣਾ, ਅਪੋਜੀਸ਼ਨਲ ਹੋਣਾ, ਵਿਦਰੋਹੀ ਹੋਣਾ, ਡਿਫੀਐਂਟ ਹੋਣਾ, ਗੱਲ ਨੂੰ ਨਾ ਮੰਨਣਾ, ਕੰਡਕਟ ਡਿਸਆਰਡਰਸ, ਆਪਣੀਆਂ ਜਿਵੇਂ ਕਿਸੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਆਪਣੇ ਬਿਹੇਵੀਅਰ ਦਾ ਜੋ ਕੰਡਕਟ ਹੈ ਉਹਦੇ ਵਿੱਚ ਕਮੀ ਹੋਣਾ। ਸੋ ਜਨਰਲੀ ਇਹਨਾਂ ਦੇ ਨੈਗੇਟਿਵ ਇੰਪੈਕਟਸ ਹੁੰਦੇ ਨੇ ਬੱਚੇ ਦੇ ਖੁਦ 'ਤੇ ਵੀ, ਪਰਿਵਾਰ 'ਤੇ ਵੀ, ਅਤੇ ਸਮਾਜ 'ਤੇ ਵੀ। ਬੱਚੇ ਵਿੱਚ ਪੂਅਰ ਅਕਾਦਮਿਕ ਤੌਰ 'ਤੇ, ਆਪਣੇ ਪ੍ਰੋਫੈਸ਼ਨ ਦੇ ਵਿੱਚ ਵੀ, ਜਾਂ ਮਨੋਵਿਗਿਆਨਕ ਤੌਰ 'ਤੇ ਜੋ ਕਾਰਜਸ਼ੀਲਤਾ ਬੱਚੇ ਦੀ ਉਹ ਘੱਟ ਜਾਂਦੀ ਹੈ, ਐਂਡ ਇਸ ਕਰਕੇ ਸਾਨੂੰ ਇਹਨਾਂ ਵੱਲ ਧਿਆਨ ਦੇਣ ਦੀ ਜ਼ਿਆਦਾਤਰ ਲੋਕ ਹੈ। ਸੋ ਜਿਹੜੇ ਸਿੰਪਟਮਸ ਆਪਾਂ ਦੇਖਦੇ ਹਾਂ, ਜਾਂ ਅਦਰਵਾਈਜ਼ ਜਿਹੜੀਆਂ ਕਾਮਨ ਇਮੋਸ਼ਨਲ ਪ੍ਰੋਬਲਮਸ ਹੈ, ਉਹਦੇ 'ਚ ਅਗੇਨ ਅਗਰੈਸਿਵਨੈਸ ਹੈ, ਐਂਟੀ ਸੋਸ਼ਲ ਬਿਹੇਵੀਅਰ ਹੈ, ਲੋੜ ਤੋਂ ਵੱਧ ਗੁੱਸਾ ਦਿਖਾਉਣਾ, ਅਤੇ ਸਮਾਜ ਦਾ ਵਿਦਰੋਹੀ ਵਿਵਹਾਰ ਰੱਖਣਾ, ਧਿਆਨ ਨਾ ਦੇਣਾ, ਡਿਸਟਰੈਕਟ ਹੋ ਜਾਣਾ, ਆਪਣੇ ਧਿਆਨ ਨੂੰ ਛੋਟੀ ਜਿਹੀ ਗੱਲ ਪਿੱਛੇ ਕਿਸੇ ਹੋਰ ਚੀਜ਼ ਵੱਲ ਚਲੇ ਜਾਣਾ, ਇੰਪਲਸਿਵ ਹੋਣਾ, ਬਹੁਤ ਜਲਦੀ ਰਿਐਕਟ ਕਰਨਾ, ਸੋਸ਼ਲ ਇੰਟਰੈਕਸ਼ਨ ਨਾ ਕਰਨਾ ਪੀਅਰਸ ਦੇ ਵਿੱਚ, ਕਿਸੇ ਵੀ ਸਮਾਜ ਦੇ ਬੱਚੇ ਨਾਲ ਜਿਹੜੀ
ਤਾਲਮੇਲ ਹੈ ਜਾਂ ਬੱਚੇ ਨਾਲ ਰਿਲੇਟ ਕਰਨਾ, ਬੱਚੇ ਨਾਲ ਫਰੈਂਡਸ ਨਾਲ ਆਉਣਾ ਜਾਣਾ, ਉਸ ਵਿੱਚ ਪ੍ਰੋਬਲਮ ਹੋਣਾ, ਰੋਜ਼ਮਰ੍ਹਾ ਦੇ ਕੰਮਾਂ ਵਿੱਚ ਨੂੰ ਕੋਪ ਅਪ ਕਰਨ ਵਿੱਚ ਮੁਸ਼ਕਿਲ ਹੋਣਾ, ਉਹੀ ਘਬਰਾਈ ਜਾਣਾ, ਸੇਮ ਬਿਹੇਵੀਅਰ ਰਿਪੀਟ ਕਰੀ ਜਾਣਾ ਬਾਰ-ਬਾਰ, ਰਾਈਟ, ਅਟੈਂਸ਼ਨ ਸੀਕਿੰਗ ਬਿਹੇਵੀਅਰ ਰੱਖਣਾ, ਨੈਗੇਟਿਵ ਤੌਰ 'ਤੇ ਇੰਟਰੈਕਟ ਕਰਨਾ, ਕਲਾਸ ਵਿੱਚ ਜਾਣਬੁੱਝ ਕੇ ਸ਼ੋਰ ਕਰਨਾ, ਕਲਾਸ ਵਿੱਚ ਜਾਣਬੁੱਝ ਕੇ ਕੰਮ ਦੇ ਪ੍ਰਤੀ, ਟੀਚਰਸ ਦੇ ਪ੍ਰਤੀ ਨੈਗੇਟਿਵ ਐਟੀਟਿਊਡ ਰੱਖਣਾ, ਮਾੜਾ ਐਟੀਟਿਊਡ ਰੱਖਣਾ, ਜਾਂ ਡਿਪਰੈਸ਼ਨ ਨੂੰ ਲੈ ਕੇ ਜਿਵੇਂ ਐਨਜ਼ਾਈਟੀ ਹੋਣਾ, ਵਿਡਰੋਲ ਹੋਣਾ, ਦੀਜ਼ ਆਰ ਸਮ ਕਾਈਂਡ ਆਫ ਇਮੋਸ਼ਨਲ ਪ੍ਰੋਬਲਮਸ ਜੋ ਬੱਚਾ ਫੇਸ ਕਰਦਾ। ਇਹ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਜਿਹੜੇ ਬੱਚਿਆਂ ਦੀ ਇਮੋਸ਼ਨਲ ਡਿਸਟਰਬੈਂਸ ਹੋਊਗੀ, ਜਨਰਲੀ ਉਹਨਾਂ ਦੇ ਸੈਲਫ ਕੌਨਸੈਪਟਸ ਨੈਗੇਟਿਵ ਹੁੰਦੇ ਨੇ ਅਤੇ ਆਪਣੇ ਆਪ ਨੂੰ ਲੈ ਕੇ ਜਿਹੜੀ ਸੈਲਫ ਐਸਟੀਮ ਹੈ ਉਹ ਨੀਵੀਂ ਹੁੰਦੀ ਹੈ, ਬਹੁਤ ਜ਼ਿਆਦਾ ਆਪਣੇ ਆਪ ਤੋਂ ਐਕਸਪੈਕਟੇਸ਼ਨਸ ਨਹੀਂ ਰੱਖਦੇ ਰਹੇ। ਐਂਡ ਐਂਗਰ ਐਂਡ ਗਰੀਫ ਵੀ ਇੱਕ ਤਰ੍ਹਾਂ ਦਾ ਉਹ ਹੈ ਕਿ ਗੁੱਸਾ ਦਿਖਾਉਣਾ ਜਾਂ ਦੁਖੀ ਹੋ ਰਹਿਣਾ, ਫੀਅਰ, ਐਨਜ਼ਾਈਟੀ ਐਂਡ ਕੌਨਫੀਡੈਂਸ ਦਿਖਾਉਣਾ, ਡਿਪਰੈਸ਼ਨ ਹੋਣਾ। ਉਸ ਤੋਂ ਇਲਾਵਾ ਤੁਹਾਡੇ ਕੋਲ ਜਨਰਲੀ ਜਿਹੜੇ ਕਿਸੇ ਵੀ ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ, ਜ਼ਿੰਦਗੀ ਵਿੱਚ ਕੋਈ ਇਹੋ ਜਿਹੀ ਘਟਨਾ ਹੋ ਜਾਏ ਜਿਹਦੇ ਕਰਕੇ ਬੱਚਾ ਜ਼ਿਆਦਾਤਰ ਸਟ੍ਰੈਸ 'ਚ ਰਹੇ, ਲੇਟਰ ਚਾਈਲਡਹੁੱਡ ਵਿੱਚ ਅਕਸਰ ਦੇਖਣ ਨੂੰ ਮਿਲੇ ਨੇ ਕਿ ਜੋ ਉਹਨਾਂ ਦੀ ਜ਼ਿੰਦਗੀ ਵਿੱਚ ਛੋਟੀ ਜਿਹੀ ਵੀ ਕੋਈ ਇਹੋ ਜਿਹੀ ਸਿਚੁਏਸ਼ਨ ਹੋ ਗਈ ਜੋ ਬੱਚੇ ਨੂੰ ਨਹੀਂ ਪਸੰਦ ਆਈ ਜਾਂ ਬੱਚੇ ਦੀ ਲਾਈਫ 'ਚ ਕੋਈ ਬਹੁਤ ਵੱਡੀ ਘਟਨਾ ਵੀ ਹੋ ਗਈ ਤਾਂ ਬੱਚੇ ਬਹੁਤੀ ਵਾਰ ਉਸ ਘਟਨਾ ਤੋਂ ਬਾਅਦ ਐਨਜ਼ਾਈਟੀ, ਡਿਪਰੈਸ਼ਨ ਜਾਂ ਸਟ੍ਰੈਸ ਸ਼ੋ ਕਰਦੇ ਨੇ। ਉਸ ਤੋਂ ਇਲਾਵਾ ਪੈਨਿਕ ਡਿਸਆਰਡਰਸ ਹੋਣਾ, ਜਿਵੇਂ ਆਪਾਂ ਕਈ ਵਾਰ ਕਹਿੰਦੇ ਫੇਂਟ ਹੋ ਜਾਂਦਾ ਬੱਚਾ ਘਬਰਾਹਟ ਵਿੱਚ, ਉਸ ਤਰ੍ਹਾਂ ਜਨਰਲਾਈਜ਼ ਐਨਜ਼ਾਈਟੀ, ਆਮ ਤੌਰ 'ਤੇ ਹੀ ਥੋੜ੍ਹੀ ਜਿਹੀ ਸਟ੍ਰੈਸ ਹੋ ਜਾਣਾ, ਸੈਪਰੇਸ਼ਨ ਐਨਜ਼ਾਈਟੀ, ਆਪਣੇ ਮਾਂ-ਬਾਪ ਤੋਂ ਜਾਂ ਫਰੈਂਡਸ ਤੋਂ ਅੱਡ ਹੋਣ ਦੀ ਟੈਨਸ਼ਨ, ਸੋਸ਼ਲ ਫੋਬੀਆ, ਸਮਾਜ ਦਾ ਡਰ ਜਾਂ ਕਿਸੇ ਸਪੈਸੀਫਿਕ ਚੀਜ਼ ਤੋਂ ਫੋਬੀਆ, ਜਿਵੇਂ ਸਟੇਜ ਦਾ ਫੋਬੀਆ ਹੋ ਸਕਦਾ ਹੈ, ਪ੍ਰੈਕਟੀਕਲ ਸਾਇੰਸ ਪ੍ਰੈਕਟੀਕਲਸ ਦਾ ਹੋ ਸਕਦਾ ਉਹ ਚੀਜ਼, OCD ਦਾ ਓਬਸੈਸਿਵ ਕੰਪਲਸਿਵ ਡਿਸਆਰਡਰ, ਬਹੁਤੀ ਸਫਾਈ ਰੱਖਣ ਵਾਲੇ ਲੋਕ ਜਾਂ ਹਰ ਕੰਮ ਨੂੰ ਜਿਹਨੂੰ ਕਰਨਾ ਪਰਫੈਕਟ ਢੰਗ ਨਾਲ ਕਰਨਾ, ਉਸ ਤਰ੍ਹਾਂ ਦਾ ਡਿਸਆਰਡਰ ਜਾਂ ਡਿਪਰੈਸ਼ਨ। ਸੋ ਥੋੜ੍ਹਾ ਬਹੁਤ ਜਿਵੇਂ ਐਨਜ਼ਾਈਟੀ ਹੋਣਾ ਤਾਂ ਇੱਕ ਨੋਰਮਲ ਹੈ ਕਿ ਜਦੋਂ ਵੀ ਤੁਹਾਡੀ ਲਾਈਫ 'ਚ ਕੋਈ ਸਟ੍ਰੈਸ ਹੋਊਗਾ ਤੁਸੀਂ ਥੋੜ੍ਹੀ ਜਿਹੀ ਐਨਜ਼ਾਈਟੀ ਸ਼ੋ ਕਰਦੇ, ਪਰ ਜੇ ਐਨਜ਼ਾਈਟੀ ਲੋੜ ਤੋਂ ਵੱਧ ਸ਼ੋ ਕੀਤੀ ਜਾ ਰਹੀ ਹੈ ਦੈਨ ਦਿਸ ਇਜ਼ ਅ ਇਮੋਸ਼ਨਲ ਪ੍ਰੋਬਲਮ। ਜਿਹੜੇ ਆਪਾਂ ਪੈਨਿਕ ਡਿਸਆਰਡਰਸ ਕੀਤੇ ਆ ਪਿੱਛੇ, ਜਨਰਲੀ ਉਹ ਕਿਸੇ ਐਕਸਟਰਨਲ ਬਾਹਰਲੀ ਸਟਿਮੂਲਸ ਤੋਂ ਹੁੰਦੇ ਆ, ਵਿਚ ਕੈਨ ਬੀ ਸੋਸ਼ਲ ਐਨਜ਼ਾਈਟੀ ਡਿਸਆਰਡਰਸ, ਜਿਵੇਂ ਕਿਸੇ ਵਿਆਹ 'ਤੇ ਜਾਣਾ ਤਾਂ ਉੱਥੇ ਘਬਰਾਹਟ ਹੁੰਦੇ ਰਹਿਣਾ, ਐਂਡ ਦੈਨ ਕਿਸੇ ਵੀ ਸਮਾਜਿਕ ਸਿਚੁਏਸ਼ਨ ਦਾ ਡਰ ਆਪਣੇ ਮਨ ਵਿੱਚ ਹੋਣਾ। ਨੋਰਮਲੀ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਜਿਵੇਂ ਸਪੋਜ਼ ਇਫ ਯੂ ਜਿਵੇਂ ਆਪਣੀ ਕਈ ਵਾਰ ਫੇਅਰਵੈਲ 'ਤੇ ਵੀ ਬੱਚਿਆਂ ਨੂੰ ਪੁੱਛੋ ਕਿ ਕਿਉਂ ਨਹੀਂ ਆ ਰਹਾ ਤਾਂ ਬੱਚਿਆਂ ਨੂੰ ਲੱਗਦਾ ਹੁੰਦਾ ਨਹੀਂ ਮੈਮ ਮੇਰੇ 'ਚ ਕੌਨਫੀਡੈਂਸ ਹੀ ਨਹੀਂ ਹੈ। ਸੋ ਜਨਰਲੀ ਉਹ ਉੱਥੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਮੇਰੇ ਦੋਸਤ ਮੈਨੂੰ ਨੈਗੇਟਿਵ ਤਰ੍ਹਾਂ ਇਵੈਲੂਏਟ ਕਰਨਗੇ, ਉੱਥੇ ਵੀ ਬੱਚਾ ਉਹਨਾਂ ਹਾਲਾਤਾਂ ਤੋਂ ਭੱਜਣ ਲੱਗ ਜਾਂਦਾ, ਰਾਈਟ। ਇਮੋਸ਼ਨਲ ਪ੍ਰੋਬਲਮਸ ਵਿੱਚ ਆਪਣੇ ਕੋਲ ਈਟਿੰਗ ਬਿਹੇਵੀਅਰਸ ਹੋ ਸਕਦੇ ਨੇ, ਖਾਣ ਪੀਣ ਦਾ ਠੀਕ ਤਰ੍ਹਾਂ ਨਾ ਖਾਣਾ ਪੀਣਾ, ਲੋ ਸੈਲਫ ਇਮੇਜ ਹੋਣਾ, ਆਪਣੀ ਜਿਹੜੀ ਚਿੱਤਰਨ ਹੈ ਸੈਲਫ, ਆਪਣਾ ਜਿਹੜਾ ਇਮੇਜ ਹੈ ਬੱਚੇ ਦਾ ਉਹ ਲੋ ਹੋਣਾ। ਇਟ ਕੈਨ ਬੀ ਡਿਊ ਟੂ ਓਬੀਸਿਟੀ, ਇਹ ਜਨਰਲੀ ਬੱਚਿਆਂ ਵਿੱਚ ਓਬੀਸਿਟੀ ਦਾ ਕਾਰਨ ਬਣ ਜਾਂਦੀ, ਈਵਨ ਡਾਇਬਟੀਜ਼ ਦਾ ਕਾਰਨ ਵੀ ਬਣਦੀ ਹੈ ਅਤੇ ਅਸਥਮਾ ਦਾ ਕਾਰਨ ਵੀ ਬਣਦੀ ਹੈ। ਐਂਡ ਇਸ ਰੀਜ਼ਨਸ ਕਰਕੇ ਬੱਚੇ ਦੀ ਜਿਹੜੀ ਕੁਆਲਿਟੀ ਹੈ ਲਾਈਫ ਦੀ ਉਹ ਵੀ ਮਾੜੀ ਹੋ ਜਾਂਦੀ ਹੈ। ਅਤੇ ਇਹਨਾਂ ਨੂੰ ਆਪਾਂ ਮੈਨੇਜ ਕਿਵੇਂ ਕਰ ਸਕਦੇ? ਸਾਡੇ ਲਈ ਜੋ ਯੂਜ਼ ਕਰਨੀ ਹੈ ਹੋਲਿਸਟਿਕ ਮੈਨੇਜਮੈਂਟ ਸਟ੍ਰੈਟਜੀ ਹੈ। ਹੋਲਿਸਟਿਕ ਮੈਨੇਜਮੈਂਟ ਵੀ ਪੂਰਨ ਤੌਰ 'ਤੇ ਤੁਹਾਨੂੰ ਬੱਚੇ ਦੀ ਇਹਨਾਂ ਪ੍ਰੋਬਲਮਸ ਨੂੰ ਡੀਲ ਕਰਨਾ ਪਏਗਾ, ਜਿਸ ਵਿੱਚ ਬੱਚੇ ਨੂੰ, ਉਹਦੀ ਫੈਮਿਲੀ ਨੂੰ, ਸਭ ਨੂੰ ਮਿਲਾ ਕੇ ਇਹ ਪ੍ਰੋਬਲਮ ਠੀਕ ਹੋ ਸਕਦੀ, ਕਿਉਂਕਿ ਦਿਸ ਇਜ਼ ਨਾਟ ਓਨਲੀ ਆਫ ਸਟੂਡੈਂਟ ਦੀ ਆਪਣੀ ਕੋਈ ਪ੍ਰੋਬਲਮ ਨਹੀਂ ਹੈ, ਆਪਾਂ ਦੇਖਿਆ ਕਿ ਉਹਦੀ ਸਮਾਜਿਕ ਜਾਂ ਸੋਸ਼ਲ ਰੀਜ਼ਨਸ ਵੀ ਹੈ। ਤਾਂ ਜਦ ਤੱਕ ਸਾਰੇ ਲੋਕ ਉਸ ਇਕੱਠੇ ਰਲ ਕੇ ਕੰਮ ਨਹੀਂ ਕਰਨਗੇ ਤਾਂ ਪ੍ਰੋਬਲਮ ਹੈ ਜਿਹੜੀ ਉਹ ਨਹੀਂ ਠੀਕ ਹੋ ਸਕਦੀ। ਇਹਦੇ ਲਈ ਸੋਸ਼ਲ ਕਮਿਊਨੀਕੇਸ਼ਨ ਹੈ, ਸਮਾਜਿਕ ਤੌਰ 'ਤੇ ਜੋ ਸਾਡੀ ਸੰਚਾਰ ਪ੍ਰਕਿਰਿਆ ਉਹਨੂੰ ਵਧਾਉਣਾ ਪਵੇਗਾ, ਪੇਰੈਂਟਸ ਦੇ ਪੇਰੈਂਟਿੰਗ ਸਕਿੱਲਸ ਵਿੱਚ ਇੰਪਰੂਵਮੈਂਟ ਕਰਨੀ ਪਊਗੀ, ਦੈਨ ਓਨਲੀ ਵੀ ਕੈਨ ਮੈਨੇਜ ਦੀਜ਼ ਪ੍ਰੋਬਲਮਸ ਜੋ ਵੀ ਬੱਚਿਆਂ ਵਿੱਚ ਇਮੋਸ਼ਨਲ ਜਾਂ ਬਿਹੇਵੀਅਰ ਲੈਵਲ 'ਤੇ ਹੁੰਦੇ, ਕਿਉਂਕਿ ਦਵਾਈ ਨਾਲ ਠੀਕ ਹੋਣ ਵਾਲੀਆਂ ਪ੍ਰੋਬਲਮਸ ਨਹੀਂ ਹੈ, ਮੋਰਲ ਸਾਈਕੋਲੋਜੀਕਲ ਨੇ। ਇਹਦੇ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪਏਗਾ। ਸਪੋਰਟਿਵ ਸਕੂਲਸ ਵਿੱਚ ਵੀ ਸਪੋਰਟਿਵ ਸਕੂਲ ਸਟ੍ਰੈਟਜੀਜ਼ ਕਰਨੀਆਂ ਪੈਣਗੀਆਂ। ਸੋ ਜਨਰਲੀ ਜਿਹੜੀਆਂ ਆਪਣੀਆਂ ਸਕੂਲ ਸਟ੍ਰੈਟਜੀਜ਼ ਆ ਉਹ ਕਲਾਸਰੂਮ ਮੈਨੇਜਮੈਂਟ ਠੀਕ ਢੰਗ ਨਾਲ ਕਰੋ, ਕਲਾਸ ਵਿੱਚ ਸੋਸ਼ਲ ਸਕਿੱਲਸ ਡਿਵੈਲਪ ਕਰਨ ਦੀਆਂ ਗੱਲਾਂ ਕਰੋ ਅਤੇ ਐਂਗਰ ਮੈਨੇਜਮੈਂਟ ਵੀ ਸਿਖਾਓ। ਸਟੈਪ ਬਾਏ ਸਟੈਪ ਟੀਚਰਸ ਨੂੰ ਗਾਈਡ ਕੀਤਾ ਜਾਂਦਾ ਕਿ ਉਹ ਕਿਸ ਤਰ੍ਹਾਂ ਉਹਨਾਂ ਸਟ੍ਰੈਟਜੀਜ਼ ਨੂੰ ਯੂਜ਼ ਕਰ ਸਕਦੇ ਜਿਹੜੇ ਸਕਸੈਸਫੁਲ ਹੋਏ ਨੇ ਬੱਚੇ ਦੀ ਇੰਗੇਜਮੈਂਟ ਨੂੰ ਵਧਾਉਣ ਲਈ। ਬੱਚੇ ਨੂੰ ਬਿਜ਼ੀ ਰੱਖੋ, ਜੇ ਬੱਚਾ ਚਾਈਲਡ ਤੁਹਾਡਾ ਕੰਮ ਵਿੱਚ ਬਿਜ਼ੀ ਰਹੇਗਾ ਅਤੇ ਨਾਲ ਲੈ ਕੇ ਚੱਲੋ ਕਲਾਸ ਵਿੱਚ, ਉਹਨੂੰ ਇਹ ਨਹੀਂ ਕਿ ਉਸ ਬੱਚੇ ਨੂੰ ਅਸੀਂ ਕਦੇ ਪੁੱਛਿਆ ਹੀ ਨਹੀਂ। ਜੇ ਬੱਚਾ ਸਾਡੇ ਨਾਲ ਨਾਲ ਕੰਮ ਕਰਦਾ ਰਹੇਗਾ ਤਾਂ ਚਾਈਲਡ ਵਿਲ, ਉਹਦੀ ਜਿਹੜੀ ਸੈਲਫ ਐਸਟੀਮ ਉਹ ਵੱਧ ਜਾਏਗੀ ਐਂਡ ਇਮੋਸ਼ਨਲ ਪ੍ਰੋਬਲਮ ਸੋਲਵ ਹੋ ਜਾਣਗੀਆਂ ਨੇ। ਪੀਅਰ ਅਸਿਸਟਿੰਗ ਲਰਨਿੰਗ ਕਰ ਸਕਦੇ ਹਾਂ ਆਪਾਂ, ਕਲਾਸਮੇਟ ਪੀਅਰ ਟਿਊਟਰਿੰਗ ਕਰ ਸਕਦੇ ਹਾਂ, ਸੈਲਫ ਮੈਨੇਜਮੈਂਟ ਦੀਆਂ ਟੈਕਨੀਕਸ ਜਾਂ ਵਰਕਸ਼ਾਪਸ ਲਗਾ ਸਕਦੇ ਹਾਂ ਜਿਸ ਨਾਲ ਬੱਚੇ ਹੈ ਆਪਣੇ ਜਿਹੜਾ ਸੈਲਫ ਦਾ ਕੌਨਸੈਪਟ ਹੈ ਬੱਚਿਆਂ ਦਾ ਉਹ ਇੰਪਰੂਵ ਹੋ ਜਾਊਗਾ, ਰਾਈਟ। ਸੋ ਦਿਸ ਇਜ਼ ਆਲ ਅਬਾਊਟ attention deficit and the attention deficit hyperactivity disorder, and at the same time about the emotional and behavioral problems ਜੋ ਆਪਾਂ ਨੂੰ ਬੱਚਿਆਂ ਵਿੱਚ ਦੇਖਣ ਨੂੰ ਮਿਲਦੀਆਂ। So thank you for being with me.